ਸਨਮਾਨਯੋਗ ਗੁਰੂ ਪਿਆਰਿਓ, ਗੁਰੂ ਫਤਿਹ ਦੀ ਸਾਂਝ ਕਰਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਮਿਸ਼ਨ ਕਾਲਜ ਲੁਧਿਆਣਾ ਵੱਲੋਂ ਐਸਐਮਸੀ ਗੁਰਮਤਿ ਕਲਾਸ ਯੂਐਸਏ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਸਾਰਿਆਂ ਦਾ ਸਵਾਗਤ ਹੈ। ਸਿੱਖ ਇਤਿਹਾਸ ਦੇ ਸਰੋਤ ਜਿਨ੍ਹਾਂ ਦੀ ਅਸੀਂ ਕਾਫੀ ਸਮੇਂ ਤੋਂ ਪੜਚੋਲ ਕਰ ਰਹੇ ਹਾਂ। ਕਾਰਨ ਬੜਾ ਸਪਸ਼ਟ ਹੈ। ਇਤਿਹਾਸ ਕੌਮਾਂ ਦੀ ਜਿੰਦ ਜਾਨ ਹੁੰਦਾ। ਸੋਨੇ ਵਰਗਾ ਸੁਨਹਿਰੀ ਇਤਿਹਾਸ ਕੌਮ ਤੱਕ ਪਹੁੰਚ ਜਾਏ ਕਿ ਕੌਮ ਆਪਣੇ ਪੈਰਾਂ ਤੇ ਖੜੀ ਰਹਿੰਦੀ ਹੈ, ਪਰ ਜਦੋਂ ਸੋਨੇ ਵਿੱਚ ਖੋਟ ਪੈ ਜਾਏ ਤਾਂ ਫਿਰ ਉਹ ਕੜਕ ਕਰਕੇ ਟੁੱਟਦੀ ਵੀ ਹੈ। ਕੁਛ ਇਹੋ ਜਿਹੀ ਹਾਲਾਤ ਸਿੱਖ ਕੌਮ ਦੀ ਹੋਈ। ਇਤਿਹਾਸਕ ਸਰੋਤ ਜਿਹੜੇ ਸਾਨੂੰ ਮਿਲਦੇ ਹਨ, ਉਹਨਾਂ ਦੇ ਲਿਖਾਰੀ ਉਸ ਵੇਲੇ ਤੋਂ ਹੀ ਸਾਜ਼ਿਸ਼ਾਂ ਚੱਲਦੀਆਂ ਰਹੀਆਂ ਤੇ ਉਹ ਸਾਜ਼ਿਸ਼ਾਂ ਦੇ ਅਧੀਨ ਮਿਲਾਵਟਾਂ ਨਾਲੋਂ ਨਾਲ ਇਤਿਹਾਸ ਵਿੱਚ ਜਿੱਥੇ ਠੀਕ ਲਿਖਿਆ ਗਿਆ ਉੱਥੇ ਨਾਲ ਨਾਲ ਮਿਲਾਵਟਾਂ ਵੀ ਹੋ ਗਈਆਂ। ਹੁਣ ਲੋੜ ਤਾਂ ਇਹ ਸੀ ਕਿ ਸੋਨੇ ਨੂੰ ਸ਼ੁੱਧ ਕਰਨ ਲਈ ਤਾਇਆ ਜਾਂਦਾ ਤੇ ਉਹਦੇ ਵਿੱਚੋਂ ਖੋਟ ਕੱਢ ਦਿੱਤੀ ਜਾਂਦੀ। ਕੁਠਾਲੀ ਵਿੱਚ ਪਾ ਕੇ ਇਤਿਹਾਸ ਨੂੰ ਗੁਰਬਾਣੀ ਦੀ ਕਸਵੱਟੀ ਦੇ ਉੱਤੇ ਪਰਖ ਲੈਂਦੇ ਤਾਂ ਸਾਡੀ ਅੱਜ ਨੌਬਤ ਨਾ ਹੁੰਦੀ। ਦੂਜੀਆਂ ਕੌਮਾਂ ਦੇ ਆਗੂਆਂ ਨੂੰ ਇਹ ਕਹਿਣ ਦੀ ਹਿੰਮਤ ਨਾ ਪੈਂਦੀ ਕਿ ਸਾਡੇ ਚੋਂ ਪੈਦਾ ਹੋਏ ਨੇ। ਇਹ ਰਮਾਇਣ ਗੁਰੂ ਗੋਬਿੰਦ ਸਿੰਘ ਜੀ ਨੇ ਲਿਖੀ ਹੋਈ ਹੈ, ਇਹ ਫਲਾਣਾ ਇਹ ਫਲਾਣਾ, ਬਹੁਤ ਸਾਰੀਆਂ ਗੱਲਾਂ ਸਾਨੂੰ ਦੇਖਣ ਨੂੰ ਮਿਲਦੀਆਂ ਨੇ। ਤਾਂ ਉਹਨਾਂ ਸਰੋਤਾਂ ਵਿੱਚੋਂ ਅਸੀਂ ਲੜੀਵਾਰ ਸਰੋਤਾਂ ਦੇ ਪਿੱਛੇ ਮਹਿਮਾ ਪ੍ਰਕਾਸ਼ ਦੀ ਲੰਬੀ ਵਿਚਾਰ ਕੀਤੀ ਹੈ। ਤਾਂ ਅੱਜ ਨਵਾਂ ਸਰੋਤ ਹੈ ਸ਼੍ਰੀ ਗੁਰਸ਼ੋਭਾ, ਜੋ ਸਮਕਾਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੰਨਿਆ ਜਾਂਦਾ ਜਾਂ ਕਿਹਾ ਜਾਂਦਾ ਹੈ ਕਿ ਉਹਦੇ ਲਿਖਤਾਂ ਮੰਨੀਆਂ ਜਾਂਦੀਆਂ ਹਨ। ਉਹਨਾਂ ਲਿਖਤਾਂ ਦੇ ਉੱਤੇ ਅੱਜ ਵਿਚਾਰ ਕਰਾਂਗੇ ਵੀ ਇਹਨਾਂ 'ਚ ਕਿੰਨੀ ਸੱਚਾਈ ਹੈ, ਕਿੰਨੇ ਇਹਨਾਂ ਦੀਆਂ ਕਿੱਥੇ ਕਿੱਥੇ ਊਣਤਾਈਆਂ ਹਨ। ਤਾਂ ਇਹ ਵਿਚਾਰ ਵੀਰ ਕਰ ਰਹੇ ਹਨ ਪ੍ਰਭ ਕੀਰਤਨ ਸਿੰਘ ਜੀ। ਬੇਨਤੀ ਕਰਦਾ ਹਾਂ ਵੀਰ ਜੀ ਕਿਰਪਾ ਕਰੋ, ਅੱਜ ਦੀ ਵਿਚਾਰ ਸ਼ੁਰੂ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਜਿਵੇਂ ਕਿ ਸਤਿਕਾਰਯੋਗ ਵੀਰ ਜੀ ਨੇ ਆਪ ਜੀ ਨੂੰ ਦੱਸਿਆ ਕਿ ਅੱਜ ਅਸੀਂ ਸ੍ਰੀ ਗੁਰਸੋਭਾ, ਜੋ ਕਿ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇੱਕ ਸਮਕਾਲੀ ਸਰੋਤ ਹੈ। ਇਹ ਪੁਸਤਕ ਉਹਨਾਂ ਦੇ ਜੀਵਨ ਕਾਲ ਵਿੱਚ ਹੀ ਲਿਖਣੀ ਸ਼ੁਰੂ ਹੋ ਗਈ ਸੀ ਤੇ ਇਹਦਾ ਕਰਤਾ ਸੈਨਾਪਤੀ ਹੈ, ਜਿਸ ਨੂੰ ਆਮ ਤੌਰ ਤੇ ਅਸੀਂ ਮੰਨਦੇ ਹਾਂ ਕਿ ਉਹਨਾਂ ਦਾ ਦਰਬਾਰੀ ਕਵੀ ਸੀ। ਇਹ ਆਪ ਵੀ ਉਹਨੇ ਆਪਣੀ ਲਿਖਤ ਵਿੱਚ ਲਿਖਿਆ ਤੇ ਹੋਰ ਵੀ ਕਈ ਥਾਵਾਂ ਤੋਂ ਇਸ ਚੀਜ਼ ਦੀ ਕਨਫਰਮੇਸ਼ਨ ਹੁੰਦੀ ਹੈ। ਤੋ ਇਸ ਦੀ ਅੱਜ ਅਸੀਂ ਵਿਚਾਰ ਕਰਨੀ ਹੈ, ਪਰ ਮੈਂ ਸਮਝਦਾ ਕਿ ਇਸ ਦੀ ਵਿਚਾਰ ਕਰਨ ਤੋਂ ਪਹਿਲਾਂ ਹੁਣ ਤੱਕ ਅਸੀਂ ਜੋ ਕੁਝ ਵਿਚਾਰ ਕਰ ਚੁੱਕੇ ਹਾਂ, ਉਹਨਾਂ ਸਾਰੇ ਪੁਸਤਕਾਂ ਦੇ ਬਾਰੇ ਇੱਕ ਬੜਾ ਸੰਖੇਪ ਜਿਹਾ ਪੰਛੀ ਝਾਤ ਮਾਰ ਲਈਏ ਕਿ ਸਾਨੂੰ ਉਹਨਾਂ ਦੇ ਵਿੱਚ ਕੀ ਕੀ ਮਿਲਿਆ ਹੈ ਔਰ ਉਹ ਕਿਸ ਤਰ੍ਹਾਂ ਦਾ ਮਿਲਿਆ ਹੈ। ਜਿਹੜੀਆਂ ਸਰੋਤ ਪੁਸਤਕਾਂ ਦੇ ਬਾਰੇ ਅਸੀਂ ਵਿਚਾਰ ਕਰ ਚੁੱਕੇ ਹਾਂ, ਉਹਦੇ ਵਿੱਚੋਂ ਕੁਝ ਤਾਂ 17ਵੀਂ ਸਦੀ ਦੀਆਂ ਹਨ, ਜਿਨ੍ਹਾਂ ਦੇ ਵਿੱਚ ਜਨਮ ਸਾਖੀਆਂ ਨੂੰ ਅਸੀਂ ਗਿਣ ਸਕਦੇ ਹਾਂ, ਕਿਉਂਕਿ ਇਹ 1600 ਤੋਂ 1630-35 ਤੋਂ ਲੈ ਕੇ ਤੇ 1650 ਤੱਕ ਲਿਖੀਆਂ ਗਈਆਂ। ਇਹਨਾਂ ਵਿੱਚ 3 ਜਨਮ ਸਾਖੀਆਂ ਨੂੰ ਅਸੀਂ ਗਿਣਦੇ ਹਾਂ: ਪੁਰਾਤਨ ਜਨਮ ਸਾਖੀ, ਮਿਹਰਬਾਨ ਵਾਲੀ ਜਨਮ ਸਾਖੀ ਤੇ ਭਾਈ ਬਾਲੇ ਵਾਲੀ ਜਨਮ ਸਾਖੀ। ਇਸ ਤੋਂ ਬਾਅਦ ਅਸੀਂ 2 ਪੁਸਤਕਾਂ ਦੀ ਹੋਰ ਪੜਚੋਲ ਕੀਤੀ ਸੀ, ਜਿਨ੍ਹਾਂ ਦਾ ਨਾਮ ਭਾਈ ਮਨੀ ਸਿੰਘ ਜੀ ਨਾਲ ਜੋੜਿਆ ਜਾਂਦਾ ਹੈ, ਗਿਆਨ ਰਤਨਾਵਲੀ ਤੇ ਭਗਤ ਰਤਨਾਵਲੀ, ਜਿਨ੍ਹਾਂ ਦੇ ਵਿੱਚ ਜੋ ਦਿੱਤੇ ਗਏ ਸਨ ਹਨ ਉਹ ਤੇ 18ਵੀਂ ਸਦੀ ਦੇ ਸ਼ੁਰੂ ਦੇ ਹਨ, ਪਰ ਇਹਦੇ ਬਾਰੇ ਬਹੁਤ ਜ਼ਿਆਦਾ ਖੋਜ ਨਹੀਂ ਹੋਈ। ਤਾਂ ਅਸੀਂ ਉਹਨਾਂ ਨੂੰ ਹੀ ਮੰਨ ਕੇ ਇਹ 17ਵੀਂ ਦੀ ਥਾਂ ਤੇ ਹੁਣ ਅਸੀਂ 18ਵੀਂ ਤੇ 19ਵੀਂ ਸਦੀ ਦੇ ਵਿੱਚ ਜਿਹੜੇ ਪੁਸਤਕਾਂ ਲਿਖੀਆਂ ਗਈਆਂ ਉਹਨਾਂ ਦੀ ਗੱਲ ਕਰ ਰਹੇ ਹਾਂ। ਤਾਂ 2 ਤਾਂ ਇਹ ਸਨ ਜਿਹੜੀਆਂ ਜਿਨ੍ਹਾਂ ਨੂੰ ਅਸੀਂ ਜਨਮ ਸਾਖੀ ਦੇ ਯਾਨਰ ਦੇ ਵਿੱਚ ਹੀ ਰੱਖਦੇ ਹਾਂ, ਗਿਆਨ ਰਤਨਾਵਲੀ ਤੇ ਭਗਤ ਰਤਨਾਵਲੀ।
ਗਿਆਨ ਰਤਨਾਵਲੀ ਜਿਹੜੀ ਹੈ ਉਹ ਭਾਈ ਗੁਰਦਾਸ ਜੀ ਦੀ ਗੁਰੂ ਨਾਨਕ ਸਾਹਿਬ ਦੇ ਜੀਵਨ ਬਾਰੇ ਜਿਹੜੀ ਵਾਰ ਹੈ ਉਹਦੀ ਵਿਆਖਿਆ ਹੈ, ਤੇ ਭਗਤ ਰਤਨਾਵਲੀ ਜਿਹੜੀ ਗੁਰਸਿੱਖਾਂ ਦੇ ਬਾਰੇ ਵਾਰ ਲਿਖੀ ਆ ਆਪਨੇ, ਉਹਦੀ ਵਿਆਖਿਆ ਹੈ। ਇਹ ਪੰਜ ਪੁਸਤਕਾਂ ਤੋਂ ਬਾਅਦ ਅਸੀਂ ਜਿਨ੍ਹਾਂ ਦੇ ਬਾਰੇ ਗੱਲਬਾਤ ਕੀਤੀ ਹੈ, ਉਹਨਾਂ ਵਿੱਚ ਇੱਕ ਤਾਂ ਹੁਣ ਜਿਹੜੀ ਪਿੱਛੇ ਖਤਮ ਕੀਤੀ ਹੈ ਮਹਿਮਾ ਪ੍ਰਕਾਸ਼, ਤੇ ਤਿੰਨ ਗੁਰਬਿਲਾਸਾਂ ਦੀ ਅਸੀਂ ਪੜਚੋਲ ਕਰ ਚੁੱਕੇ ਹਾਂ, ਜਿਨ੍ਹਾਂ ਵਿੱਚੋਂ ਇੱਕ ਗੁਰਬਿਲਾਸ ਪਾਤਸ਼ਾਹੀ 6ਵੀਂ ਤੇ ਦੋ ਗੁਰਬਿਲਾਸ ਪਾਤਸ਼ਾਹੀ 10ਵੀਂ ਹਨ, ਜਿਨ੍ਹਾਂ ਵਿੱਚੋਂ ਇੱਕ ਕੋਇਰ ਸਿੰਘ ਦਾ ਲਿਖਿਆ ਹੋਇਆ ਕਿਹਾ ਜਾਂਦਾ ਹੈ ਤੇ ਦੂਜਾ ਸੁਖਾ ਸਿੰਘ ਦਾ ਲਿਖਿਆ ਕਿਹਾ ਜਾਂਦਾ। ਤਾਂ ਇਹ ਜਿਹੜੀਆਂ ਪੁਸਤਕਾਂ ਹਨ, ਇਹਨਾਂ ਮਹਿਮਾ ਪ੍ਰਕਾਸ਼ ਔਰ ਗੁਰਬਿਲਾਸਾਂ ਤੋਂ ਪਹਿਲਾਂ ਦੋ ਪੁਸਤਕਾਂ ਹੋਰ ਲਿਖੀਆਂ ਜਾ ਚੁੱਕੀਆਂ ਸਨ। ਹਾਲਾਂਕਿ ਗੁਰਬਿਲਾਸਾਂ ਦੇ ਜੋ ਲਿਖੇ ਗਏ ਸਨ ਹਨ ਉਹ ਤਾਂ ਬਹੁਤ ਪਹਿਲਾਂ ਦੇ ਹਨ, ਖਾਸ ਕਰ ਗੁਰਬਿਲਾਸ ਪਾਤਸ਼ਾਹੀ 6ਵੀਂ ਦਾ, ਪਰ ਵਿਦਵਾਨਾਂ ਦੀ ਰਾਏ ਦੇ ਮੁਤਾਬਕ ਇਹ ਕਾਫੀ ਬਾਅਦ ਵਿੱਚ ਲਿਖੀਆਂ ਗਈਆਂ, ਔਰ ਇਹਦੇ ਬਾਰੇ ਕਾਫੀ ਸੋਲਿਡ ਆਰਗੂਮੈਂਟ ਸਾਡੇ ਕੋਲ ਹੈ। ਤੋ ਉਹਨਾਂ ਨੂੰ ਅਗਰ ਮੰਨ ਲਈਏ ਤਾਂ ਸ੍ਰੀ ਗੁਰ ਸੋਭਾ ਤੇ ਦੂਜੀ ਪੁਸਤਕ ਜਿਹੜੀ ਬੰਸਾਵਲੀ ਨਾਮਾ ਦਸਾਂ ਪਾਤਸ਼ਾਹੀਆਂ ਕਾ, ਇਹ ਇਹਨਾਂ ਚਾਰਾਂ ਪੁਸਤਕਾਂ ਭਾਵ ਮਹਿਮਾ ਪ੍ਰਕਾਸ਼ ਤੇ ਤਿੰਨੋਂ ਗੁਰਬਿਲਾਸਾਂ ਤੋਂ ਪਹਿਲਾਂ ਲਿਖੀਆਂ ਗਈਆਂ। ਇਹਨਾਂ ਦੋਨਾਂ ਪੁਸਤਕਾਂ ਦੇ ਬਾਰੇ ਸਾਨੂੰ ਹੁਣ ਵਿਚਾਰ ਕਰਨਾ ਹੈ। ਪਹਿਲੀ ਜਿਹੜੀ ਅਸੀਂ ਪੁਸਤਕ ਲੈ ਰਹੇ ਹਾਂ ਸ੍ਰੀ ਗੁਰ ਸੋਭਾ ਹੈ। ਤੋ ਜਿਹੜੀਆਂ ਇਹ ਕੁੱਲ ਮਿਲਾ ਕੇ ਅਸੀਂ 9 ਪੁਸਤਕਾਂ ਦੇ ਵਿਚਾਰ ਹੁਣ ਤੱਕ ਕਰ ਚੁੱਕੇ ਹਾਂ, ਉਹਨਾਂ ਦੀ ਜੇ ਅਸੀਂ ਸਮੁੱਚੇ ਤੌਰ ਦੇ ਉੱਤੇ ਇਵੈਲੂਏਸ਼ਨ ਕਰਨੀ ਹੋਵੇ ਤਾਂ ਕੁਝ ਉਹਨਾਂ ਦੇ ਵਿੱਚ ਰੁਝਾਨ ਜਾਂ ਟੈਂਡੈਂਸੀਜ਼ ਜਾਂ ਉਹਨਾਂ ਦੀਆਂ ਜਿਹੜੀਆਂ ਇੰਟੈਂਸ਼ਨਸ ਹਨ ਉਹ ਸਾਨੂੰ ਬਾਰ-ਬਾਰ ਨਜ਼ਰ ਆਉਂਦੀਆਂ ਹਨ। ਕਈ ਤਾਂ ਉਹ ਬੜੇ ਲੁਕਵੇਂ ਰੂਪ ਵਿੱਚ ਹਨ ਤੇ ਕਈ ਬਿਲਕੁਲ ਪ੍ਰਤੱਖ ਹੀ ਸਾਨੂੰ ਨਜ਼ਰ ਆ ਜਾਂਦੀਆਂ ਹਨ। ਉਹਨਾਂ ਤੇ ਜ਼ਰਾ ਅਸੀਂ ਇੱਕ ਪੰਛੀ ਝਾਤ ਮਾਰ ਲਈਏ। ਪਹਿਲੀ ਗੱਲ ਤਾਂ ਇਹਨਾਂ ਸਾਰੀਆਂ ਹੀ 9 ਪੁਸਤਕਾਂ ਦੇ ਵਿੱਚ ਕਰਾਮਾਤੀ ਪੱਖ ਬਹੁਤ ਜ਼ਿਆਦਾ ਹੈ। ਹਾਲਾਂਕਿ ਇਹ ਕਰਾਮਾਤੀ ਪੱਖ ਸਾਡੇ ਗੁਰਮਤਿ ਦੇ, ਜੇ ਅਸੀਂ ਕਹੀਏ ਸਭ ਤੋਂ ਪਹਿਲਾ ਅਸੂਲ ਜਿਹੜਾ ਸਾਨੂੰ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਹੀ ਦਿੱਤਾ ਗਿਆ ਕਿ ਹੁਕਮ ਰਜ਼ਾਈ ਚੱਲਣਾ, ਉਹਦੇ ਉਲਟ ਹੈ। ਤਾਂ ਇਸ ਕਰਕੇ ਸਾਡੀਆਂ ਪੁਸਤਕਾਂ ਦੇ ਵਿੱਚ, ਸਾਡੇ ਇਤਿਹਾਸ ਦੇ ਵਿੱਚ ਇਹ ਪੱਖ ਹੋਣਾ ਨਹੀਂ ਸੀ ਚਾਹੀਦਾ, ਪਰ ਇਹ ਹੈ ਔਰ ਬਹੁਤ ਭਾਰੂ ਹੈ ਇਹਨਾਂ ਸਾਰੀਆਂ ਹੀ ਪੁਸਤਕਾਂ ਦੇ ਵਿੱਚ। ਦੂਜੀ ਜਿਹੜੀ ਚੀਜ਼ ਸਾਡੇ ਸਾਹਮਣੇ ਆਉਂਦੀ ਹੈ ਕਿ ਸਾਖੀਆਂ ਦੀ ਜਿਹੜੀ ਰਚਨਾ ਕੀਤੀ ਗਈ ਹੈ ਉਹ ਪੁਰਾਣਿਕ ਤਰਜ਼ ਤੇ ਕੀਤੀ ਗਈ ਹੈ। ਜਿਵੇਂ ਪੁਰਾਣਾਂ ਦੀ ਰਚਨਾ ਕੀਤੀ ਗਈ ਹੈ ਉਸੇ ਕਿਸਮ ਦੇ ਨਾਲ ਹੀ ਇਹਨਾਂ ਸਾਰੀਆਂ ਸਾਖੀਆਂ ਦੀ ਰਚਨਾ ਕੀਤੀ ਗਈ। ਇਹ ਪੱਖ ਸਾਨੂੰ ਬਿਲਕੁਲ ਸਪਸ਼ਟ ਹੋ ਕੇ ਨਜ਼ਰ ਆਉਂਦਾ ਹੈ ਤੇ ਇਹਦਾ ਨਤੀਜਾ ਇਹ ਹੈ ਕਿ ਮਿਥਿਹਾਸਕ ਪੱਖ ਇਹਦੇ ਵਿੱਚ ਬਹੁਤ ਪ੍ਰਵੇਸ਼ ਕਰ ਗਿਆ, ਕਿਉਂਕਿ ਪੁਰਾਣਾਂ ਦਾ ਪ੍ਰਭਾਵ ਬਹੁਤ ਹੈ ਤੇ ਪੁਰਾਣਾਂ ਵਾਲੇ ਪਾਤਰਾਂ ਨੂੰ ਵੀ ਵਿੱਚ ਘਸੋੜ ਦਿੱਤਾ ਗਿਆ ਹੈ। ਪੁਰਾਣਾਂ ਵਾਲੇ ਦੇਵੀ ਦੇਵਤਿਆਂ ਤੇ ਹੋਰ ਅਨੇਕਾਂ ਗੱਲਾਂ ਨੂੰ ਵਿੱਚ ਵਾੜ ਦਿੱਤਾ ਗਿਆ ਹੈ, ਜਿਹਦੇ ਨਾਲ ਸਾਡੇ ਇਤਿਹਾਸ ਦੇ ਵਿੱਚ ਕਾਫੀ ਮਿਲਾਵਟ ਹੋ ਗਈ। ਸਿਧਾਂਤਕ ਤੌਰ ਤੇ ਜੇ ਦੇਖੀਏ ਤੇ ਇਹਨਾਂ ਸਾਰੀਆਂ ਪੁਸਤਕਾਂ ਦੇ ਵਿੱਚ ਵੇਦਾਂਤ ਤੇ ਯੋਗ ਮਤ ਦਾ ਬਹੁਤ ਪ੍ਰਭਾਵ ਸਾਨੂੰ ਥਾਂ-ਥਾਂ ਤੇ ਨਜ਼ਰ ਆ ਜਾਂਦਾ ਹੈ। ਬਿਲਕੁਲ ਸਪਸ਼ਟ ਹੈ, ਬਹੁਤ ਸਾਰੀਆਂ ਵਿਆਖਿਆਵਾਂ ਜਿਹੜੀਆਂ ਕੀਤੀਆਂ ਗਈਆਂ ਹਨ ਉਹ ਵੇਦਾਂਤ ਔਰ ਯੋਗ ਮਤ ਨੂੰ ਸਾਹਮਣੇ ਰੱਖ ਕੇ ਉਹਨਾਂ ਹੀ ਉਸੇ ਹੀ ਭਾਸ਼ਾ ਵਿੱਚ ਔਰ ਉਹਨਾਂ ਹੀ ਅਸੂਲਾਂ ਦੇ ਮੁਤਾਬਕ ਕੀਤੀਆਂ ਗਈਆਂ। ਤੋ ਇਹ ਸਾਰੀ ਚੀਜ਼ ਜਿਹੜੀ ਹੈ ਆਪਣੇ ਆਪ ਦੇ ਵਿੱਚ ਬੜੀ ਹੈਰਾਨੀ ਵਾਲੀ ਗੱਲ ਹੈ, ਕਿਉਂਕਿ ਜਿਨ੍ਹਾਂ ਚੀਜ਼ਾਂ ਦੀ ਨਿਖੇਧੀ ਗੁਰਬਾਣੀ ਵਿੱਚ ਹੈ ਉਹਨਾਂ ਨੇ ਹੀ ਪ੍ਰਧਾਨਤਾ ਦੇ ਕੇ ਤੇ ਉਹਨਾਂ ਦੇ ਸਹਾਰੇ ਹੀ ਗੁਰਮਤਿ ਦੀ ਵਿਆਖਿਆ ਕਰਨ ਦੀ ਲੋੜ ਕੀਤੀ ਗਈ ਹੈ, ਕੋਸ਼ਿਸ਼ ਕੀਤੀ ਗਈ ਹੈ। ਅਗਲੀ ਜਿਹੜੀ ਚੀਜ਼ ਸਾਡੇ ਸਾਹਮਣੇ ਨਜ਼ਰ ਆਉਂਦੀ ਹੈ ਕਿ ਆਮ ਤੌਰ ਤੇ ਗੁਰੂ ਸਾਹਿਬ ਦੀ ਜੋ ਸ਼ਖਸੀਅਤ ਹੈ, ਪਰਸਨੈਲਿਟੀ ਹੈ ਜਾਂ ਵਿਅਕਤੀਤਵ ਹੈ, ਉਹਨੂੰ ਛੁਟਿਆਉਣ ਦੇ, ਉਹਨੂੰ ਛੋਟਾ ਕਰਕੇ ਦਿਖਾਉਣ ਤੇ ਜਾਂ ਹੋਰਾਂ ਤੋਂ ਗੌਣ ਕਰਕੇ ਦਿਖਾਉਣ ਦੇ ਯਤਨ ਜਿਹੜੇ ਹਨ ਉਹ ਬਿਲਕੁਲ ਸਪਸ਼ਟ ਰੂਪ ਵਿੱਚ ਸਾਡੇ ਸਾਹਮਣੇ ਕੀਤੇ ਜਾਂਦੇ ਆ। ਮਤਲਬ ਬਹੁਤ ਸਾਰੀਆਂ ਥਾਵਾਂ ਤੇ ਗੁਰੂ ਸਾਹਿਬ ਨੂੰ ਹੋਰ ਜਿਹੜੇ ਮਿਥਿਹਾਸਕ ਤੇ ਹੋਰ ਕਈ ਕਿਸਮ ਦੇ ਪਾਤਰਾਂ ਤੋਂ ਗੌਣ ਦਿਖਾਉਣ ਦੀ ਕੋਸ਼ਿਸ਼ ਬਾਰ-ਬਾਰ ਸਾਨੂੰ ਮਿਲਦੀ ਹੈ। ਕਦੀ ਗੁਰੂ ਸਾਹਿਬ ਨੂੰ ਉਹਨਾਂ ਦੀ ਸ਼ਰਨ ਵਿੱਚ ਜਾਂਦੇ ਆ ਦਿਖਾ ਕੇ, ਕਦੀ ਗੁਰੂ ਸਾਹਿਬ ਤੋਂ ਪੂਜਾ ਕਰਵਾ ਕੇ, ਜਾਂ ਹੋਰ ਵੀ ਬਹੁਤ ਸਾਰੀਆਂ ਗੱਲਾਂ ਦੇ ਵਿੱਚੋਂ ਇਹ ਚੀਜ਼ ਬਾਰ-ਬਾਰ ਸਾਡੇ ਸਾਹਮਣੇ ਆਉਂਦੀ ਹੈ। ਇਹ ਚੀਜ਼ ਬੜੀ ਹੈਰਾਨੀ ਵਾਲੀ ਹੈ ਕਿ ਗੁਰ ਇਤਿਹਾਸ ਲਿਖਣ ਵਾਲੇ ਗੁਰੂ ਦੀ ਸ਼ਖਸੀਅਤ ਨੂੰ ਹੀ ਛੁਟਿਆਉਣ ਦਾ ਯਤਨ ਲਗਾਤਾਰ ਕਰਦੇ ਮਿਲ ਜਾਂਦੇ ਆ। ਫਿਰ ਅਸੀਂ ਇਹ ਇੱਕ ਗਰੋਥ ਸਾਨੂੰ ਨਜ਼ਰ ਆਈ ਕਿ ਜਨਮ ਸਾਖੀਆਂ ਜਦੋਂ ਸ਼ੁਰੂ ਹੋਈਆਂ
ਸਾਰੀਆਂ ਜਨਮ ਸਾਖੀਆਂ ਦੇ ਵਿੱਚ ਗੁਰਬਾਣੀ ਨੂੰ ਆਧਾਰ ਬਣਾ ਕੇ ਵਿਆਖਿਆ ਕੀਤੀ ਗਈ। ਉਹ ਵਿਆਖਿਆ ਠੀਕ ਹੈ ਜਾਂ ਗਲਤ ਹੈ, ਉਹ ਇੱਕ ਵੱਖਰਾ ਮਸਲਾ ਹੈ। ਉਹਦੇ ਵਿੱਚ ਮਿਲਾਵਟ ਵੀ ਗੁਰਬਾਣੀ 'ਚ ਕੀਤੀ ਗਈ, ਕੱਚੀ ਬਾਣੀ ਦੇ ਵਿੱਚ ਹੱਥਾਂ ਤੇ ਪਾਈ ਗਈ, ਇਹ ਵੀ ਇੱਕ ਵੱਖਰਾ ਮਸਲਾ ਹੈ। ਪਰ ਜ਼ੋਰ ਜਿਹੜਾ ਹੈ ਗੁਰਮਤਿ ਸਿਧਾਂਤਾਂ ਦੀ ਵਿਆਖਿਆ ਦੇ ਉੱਤੇ ਕਾਫੀ ਸੀ ਜਨਮ ਸਾਖੀਆਂ ਤੱਕ, ਜਾਂ ਅਸੀਂ ਕਹਿ ਲਈਏ ਕਿ ਗਿਆਨ ਰਤਨਾਵਲੀ ਤੱਕ ਜਿਹੜਾ ਇਹ ਸਾਰਾ ਪ੍ਰੋਸੈਸ ਗੁਰਬਾਣੀ ਦੇ ਆਲੇ ਦੁਆਲੇ ਘੁੰਮਣ ਵਾਲਾ ਪ੍ਰੋਸੈਸ। ਪਰ ਜਦੋਂ ਅਸੀਂ ਆਖਰੀ 4 ਪੁਸਤਕਾਂ ਤੱਕ ਪਹੁੰਚਦੇ ਹਾਂ, ਮਹਿਮਾ ਪ੍ਰਕਾਸ਼, ਗੁਰਬਿਲਾਸ, ਤਿੰਨੇ ਜਿਹੜੇ ਹਨ, ਖਾਸ ਕਰਕੇ ਗੁਰਬਿਲਾਸਾਂ ਦੇ ਵਿੱਚ ਜਾ ਕੇ ਅਸੀਂ ਇਹ ਆਬਜ਼ਰਵ ਕੀਤਾ ਸੀ ਕਿ ਹੁਣ ਗੁਰਬਾਣੀ ਦੇ ਉੱਤੇ ਸਟ੍ਰੈਸ ਲਗਭਗ ਖਤਮ ਕਰ ਦਿੱਤਾ ਗਿਆ ਇੱਥੇ ਤੱਕ ਪਹੁੰਚਦਿਆਂ। ਤਾਂ ਇਹ ਸਮੇਂ ਦੇ ਨਾਲ ਇਹ ਵਿਆਖਿਆ ਘਟਦੀ ਗਈ, ਗੁਰਬਾਣੀ ਦੇ ਉੱਤੇ ਜ਼ੋਰ ਘਟਦਾ ਗਿਆ। ਤੇ ਇਹਦਾ ਕੀ ਨਤੀਜਾ ਕੀ ਹੋਇਆ ਕਿ ਇਤਿਹਾਸ ਸਿਰਫ ਇਤਿਹਾਸ ਰਹਿ ਗਿਆ, ਔਰ ਉਹ ਵੀ ਮਿਲਾਵਟ ਵਾਲਾ, ਮਿਥਿਹਾਸਕ ਤੇ ਪੌਰਾਣਿਕ ਕਿਸਮ ਦਾ ਇਤਿਹਾਸ ਰਹਿ ਗਿਆ, ਤੇ ਸਿਧਾਂਤ ਉਹਦੇ ਵਿੱਚੋਂ ਮਾਈਨਸ। ਹੁਣ ਜਦ ਕਿ ਗੁਰੂ ਸਾਹਿਬਾਨ ਦੇ ਜੀਵਨ ਦੇ ਬਾਰੇ ਜਦੋਂ ਇਤਿਹਾਸ ਦੱਸਿਆ ਜਾਂਦਾ ਹੈ, ਕਿਸੇ ਵੀ ਧਾਰਮਿਕ ਵਿਅਕਤੀ ਜਾਂ ਕਿਸੇ ਵੀ ਵਿਚਾਰ ਦੇਣ ਵਾਲੇ ਵਿਅਕਤੀ ਦੇ ਜੀਵਨ ਦੀ ਅਸੀਂ ਡਿਸਕਸ਼ਨ ਕਰਨੀ ਹੋਵੇ ਤਾਂ ਮੁੱਖ ਵਿਸ਼ਾ ਤਾਂ ਉਹਦੇ ਵਿਚਾਰ ਹੀ ਹੁੰਦੇ ਹਨ, ਪਰ ਇੱਥੇ ਵਿਚਾਰਾਂ ਨੂੰ ਮਾਈਨਸ ਕਰ ਦਿੱਤਾ ਗਿਆ। ਇਹ ਇੱਕ ਸਪਸ਼ਟ ਤੌਰ ਦੇ ਉੱਤੇ ਸਾਡੇ ਸਾਹਮਣੇ ਨਜ਼ਰ ਆਉਂਦਾ ਹੈ ਕਿ ਸਮੇਂ ਦੇ ਨਾਲ ਗੁਰਬਾਣੀ ਤੋਂ ਸਟ੍ਰੈਸ, ਸਿਧਾਂਤਾਂ ਤੋਂ ਸਟ੍ਰੈਸ ਬਿਲਕੁਲ ਖਤਮ ਕਰ ਦਿੱਤਾ ਗਿਆ, ਤੇ ਲਗਭਗ ਖਤਮ ਹੀ ਕਰ ਦਿੱਤਾ ਗਿਆ ਕਿ ਗੁਰਬਾਣੀ ਦੀ ਗੱਲ ਕਿਤੇ ਘੱਟ ਹੀ ਹੁੰਦੀ ਹੈ, ਤੇ ਨਹੀਂ ਤੇ ਆਮ ਤੌਰ ਤੇ ਬਸ ਉਹ ਪੁਰਾਣੇ ਕਹਾਣੀਆਂ ਨੂੰ ਹੀ ਵਿਸ਼ੇਸ਼ਤਾ ਦਿੱਤੀ ਹੈ। ਹੁਣ ਸਗੋਂ ਜਦੋਂ ਅਸੀਂ ਦੇਖਦੇ ਹਾਂ ਕਿ ਇਤਿਹਾਸ ਨੂੰ ਤਾਂ ਅਸੀਂ 2-3 ਗੱਲਾਂ ਦੇਖ ਲਈਆਂ, ਮਿਥਿਹਾਸਕ ਔਰ ਪੌਰਾਣਿਕ ਬਣਾ ਦਿੱਤਾ ਗਿਆ, ਗੁਰੂ ਸਾਹਿਬ ਦੀ ਸ਼ਖਸੀਅਤ ਨੂੰ ਹੀ ਗੰਧਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਤੇ ਇਤਿਹਾਸ ਦੀ ਗੱਲ ਤਾਂ ਅਸੀਂ ਕਰ ਲਈ ਹੈ ਕਿ ਇਤਿਹਾਸ ਨੂੰ ਤਾਂ ਗੰਧਲਾ ਕੀਤਾ ਹੀ ਗਿਆ, ਉਹ ਤੇ ਆਪਾਂ ਗੱਲ ਕਰ ਲਈ ਹੈ। ਪਰ ਉਸ ਤੋਂ ਇਲਾਵਾ ਇਤਿਹਾਸ ਦੇ ਘੋੜੇ ਤੇ ਸਵਾਰ ਹੋ ਕੇ ਸਿਧਾਂਤਾਂ ਨੂੰ ਵੀ ਗੰਧਲਾ ਕਰਨ ਦੇ ਭਰਪੂਰ ਯਤਨ ਕੀਤੇ। ਉਹਦਾ ਕਾਰਨ ਇਹ ਸੀ ਕਿ ਸਿਧਾਂਤ ਜਿਹੜੇ ਗੁਰਬਾਣੀ ਦੇ ਵਿੱਚ ਮੌਜੂਦ ਹਨ ਉਹਨਾਂ ਨੂੰ ਮਾਈਨਸ ਕਰ ਦਿੱਤਾ ਗਿਆ, ਤੇ ਇਹ ਜਿਹੜੀਆਂ ਮਿਥਿਹਾਸਕ ਘਟਨਾਵਾਂ ਦੇ ਵਿੱਚੋਂ ਹੀ ਸਿਧਾਂਤ ਪ੍ਰਗਟ ਕਰਨ ਦੇ ਵਾਸਤੇ ਉਹ ਬਿਲਕੁਲ ਅਜੀਬ ਔਰ ਵੱਖਰੀ ਕਿਸਮ ਦੇ ਸਿਧਾਂਤ ਸਾਡੇ ਸਾਹਮਣੇ ਪੇਸ਼ ਕਰ ਦਿੱਤੇ ਗਏ, ਜਿਹਦੇ ਨਾਲ ਨਾ ਸਿਰਫ ਇਤਿਹਾਸ ਜਿਹੜਾ ਉਹ ਗੰਧਲਾ ਹੋਇਆ, ਸਿਧਾਂਤਾਂ ਨੂੰ ਵੀ ਗੰਧਲਾ ਕਰਨ ਦਾ ਪੂਰਾ ਯਤਨ ਹੋਇਆ। ਤੋ ਜੇ ਕੁੱਲ ਮਿਲਾ ਕੇ ਇਹ ਸਾਰੀਆਂ 6-7 ਗੱਲਾਂ ਜਿਹੜੀਆਂ ਆਪ ਜੀ ਦੇ ਸਾਹਮਣੇ ਰੱਖੀਆਂ ਹਨ, ਤਾਂ ਉਹਦਾ ਕੁੱਲ ਨਤੀਜਾ ਇਹ ਨਿਕਲਦਾ ਹੈ ਕਿ ਜੇ ਇਹਨਾਂ ਪੁਸਤਕਾਂ ਨੂੰ ਅਸੀਂ ਬਿਲਕੁਲ ਸਹੀ ਮੰਨ ਕੇ ਚੱਲੀਏ ਤੇ ਇਤਿਹਾਸਕ ਤੇ ਸਿਧਾਂਤਕ ਤੌਰ ਤੇ ਇਹਨਾਂ ਨੂੰ ਹੀ ਆਧਾਰ ਬਣਾ ਕੇ ਜੇ ਅਸੀਂ ਕੋਈ ਵਿਆਖਿਆ ਸਿੱਖੀ ਦੀ ਕਰਨੀ ਚਾਹੀਏ, ਤਾਂ ਫਿਰ ਸਿੱਖੀ ਸਿਰਫ ਇੱਕ ਸਨਾਤਨ ਧਰਮ ਦੀ ਸ਼ਾਖ ਦੇ ਤੌਰ ਤੇ ਪੇਸ਼ ਹੁੰਦੀ ਹੈ, ਜਾਂ ਉਹਦੀ ਇੱਕ ਸੰਪਰਦਾ ਜਾਂ ਬ੍ਰਾਹਮਣਵਾਦ ਦੇ ਪੈਰੋਕਾਰ ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ, ਫਿਰ ਸਿੱਖੀ ਦੀ ਵਿਲੱਖਣਤਾ ਖਤਮ ਹੋ ਜਾਂਦੀ। ਔਰ ਇਹ ਸਾਨੂੰ ਗੱਲ ਸਮਝ ਲੱਗਦੀ ਹੈ ਕਿ ਇਹ ਸਾਰੇ ਯਤਨ ਇੱਕ ਪਲਾਨ ਦੇ ਮੁਤਾਬਕ ਯੋਜਨਾਬੱਧ ਤਰੀਕੇ ਨਾਲ ਇਹ ਸਾਰੇ ਯਤਨ ਕੀਤੇ ਜਾ ਰਹੇ ਸਨ, ਕਿਉਂਕਿ ਸਿੱਖੀ ਨੂੰ ਸਨਾਤਨ ਧਰਮ ਦਾ ਅੰਗ ਬਣਾਉਣ ਦੇ ਵਾਸਤੇ, ਮਜਬੂਰ ਕਰਨ ਵਾਸਤੇ ਕਿ ਸਨਾਤਨ ਧਰਮ ਦੇ ਸਿਧਾਂਤਾਂ ਨੂੰ ਮੰਨੇ, ਸ਼ੁਰੂ ਤੋਂ ਹੀ ਯਤਨ ਚੱਲਦੇ ਆ ਰਹੇ ਸਨ। ਗੁਰੂ ਸਾਹਿਬਾਨ ਨੇ ਸ਼ਹੀਦੀਆਂ ਵੀ ਦਿੱਤੀਆਂ, ਜੰਗ ਵੀ ਲੜੇ ਤੇ ਅਨੇਕਾਂ ਕੁਰਬਾਨੀਆਂ ਵੀ ਕੀਤੀਆਂ। ਉਹਨਾਂ ਸਾਰਿਆਂ ਦੀ ਤਹਿ ਵਿੱਚ ਇਹੀ ਭਾਵਨਾ ਸੀ। ਇੱਕ ਪਾਸੇ ਸਿਆਸੀ ਤੌਰ ਦੇ ਉੱਤੇ ਮੁਗਲ ਜਿਹੜੇ ਸਨ ਉਹ ਆਪਣਾ ਖਤਰਾ ਮਹਿਸੂਸ ਕਰ ਰਹੇ ਸਨ, ਸਿਧਾਂਤਕ ਤੌਰ ਤੇ ਸਾਡਾ ਉਹਨਾਂ ਨਾਲ ਕੋਈ ਟਕਰਾਅ ਨਹੀਂ ਸੀ ਕਿਉਂਕਿ ਉਹ ਬਿਲਕੁਲ ਅਲੱਗ ਕਿਸਮ ਦੇ ਸਿਧਾਂਤ ਸਨ। ਪਰ ਦੂਜੇ ਪਾਸੇ ਇਹ ਵੀ ਇੱਕ ਜਿਹੜੀ ਅੰਡਰ ਕਰੰਟ ਸਾਨੂੰ ਹਰ ਥਾਂ ਦੇ ਉੱਤੇ ਮਿਲਦਾ ਹੈ, ਕਿਸੇ ਨਾ ਕਿਸੇ ਸ਼ਕਲ ਵਿੱਚ ਸਾਡੇ ਸਾਹਮਣੇ ਆ ਜਾਂਦਾ ਹੈ। ਤਾਂ ਕੁੱਲ ਨਤੀਜਾ ਇਹ ਸਾਰੇ ਪ੍ਰੋਸੈਸ ਦਾ ਇਹ ਨਿਕਲਦਾ ਹੈ ਕਿ ਸਿੱਖੀ ਨੂੰ ਇੱਕ ਸਨਾਤਨ ਧਰਮ ਦੀ ਸ਼ਾਖ ਦੇ ਤੌਰ ਤੇ ਪੇਸ਼ ਕਰਨ ਦਾ ਯਤਨ ਕੀਤਾ ਗਿਆ, ਔਰ ਇਹ ਯਤਨ ਅੱਜ ਤੱਕ ਸਾਡੇ ਸਾਹਮਣੇ ਅਸੀਂ ਦੇਖ ਸਕਦੇ ਹਾਂ, ਸਾਡਾ ਰੋਜ਼ ਇਸ ਦੇ ਨਾਲ ਵਾਹ ਪੈਂਦਾ। ਤਾਂ ਜਦੋਂ ਅਸੀਂ ਇਹ ਪੂਰੇ ਇਹਨਾਂ 9 ਪੁਸਤਕਾਂ ਦੇ ਬਾਰੇ ਇਹ ਇੱਕ ਸੰਖੇਪ ਜਿਹਾ ਵਿਚਾਰ ਕਰਕੇ ਜਦੋਂ ਅਸੀਂ ਚੱਲਦੇ ਹਾਂ ਤਾਂ ਸ੍ਰੀ ਗੁਰੂ ਸੋਭਾ ਤੱਕ ਪਹੁੰਚਦੇ ਹਾਂ, ਹਾਲਾਂਕਿ ਲਿਖੀ ਪਹਿਲਾਂ ਗਈ, ਅਸੀਂ ਬਾਅਦ ਦੇ ਵਿੱਚ ਲਈ ਹੈ। ਤਾਂ ਇਹ ਸ੍ਰੀ ਗੁਰੂ ਸੋਭਾ ਜਿਹੜੀ ਹੈ, ਇਟ ਇਜ਼ ਲਾਈਕ ਅ ਬਰੀਥ ਆਫ ਫਰੈਸ਼ ਏਅਰ। ਇਹ ਪੁਸਤਕ ਦੀ ਵਿਚਾਰ ਕਰਨ ਤੋਂ ਬਾਅਦ ਸਾਨੂੰ ਮਤਲਬ ਇਹ ਚੀਜ਼ ਮਹਿਸੂਸ ਹੁੰਦੀ ਹੈ ਕਿ ਇਹਦੇ ਵਿੱਚ ਉਹ ਕਮੀਆਂ ਸਾਨੂੰ ਨਹੀਂ ਮਿਲ ਰਹੀਆਂ
ਜਿਹੜੀਆਂ ਹੁਣ ਤੱਕ ਦੀਆਂ ਪੁਸਤਕਾਂ ਦੇ ਵਿੱਚ ਮਿਲਦੀਆਂ ਨੇ। ਉਹ ਨਿਰਾਸ਼ਤਾ ਜਿਹੜੀ ਪਹਿਲਾਂ ਪੱਲੇ ਪੈ ਰਹੀ ਹੈ, ਉਹ ਇਹਦੇ ਵਿੱਚ ਬਿਲਕੁਲ ਨਹੀਂ ਸਾਨੂੰ ਦਿਸਦੀ। ਇਹਦੀ ਆਪਾਂ ਅੱਗੇ ਚਰਚਾ ਕਰਾਂਗੇ। ਪਰ ਇਹ ਸਾਰੇ ਗੁਣ ਹੋਣ ਤੋਂ ਬਾਅਦ ਵੀ, ਇਸ ਪੁਸਤਕ ਨੂੰ ਪੜ੍ਹਨ ਤੋਂ ਬਾਅਦ ਵੀ, ਇੱਕ ਪੱਖ ਤੋਂ ਸਾਨੂੰ ਇਹਦੀ ਨਿਰਾਸ਼ਤਾ ਜਿਹੜੀ ਹੈ ਉਹ ਜ਼ਰੂਰ ਪੱਲੇ ਪੈਂਦੀ ਹੈ। ਕਿਉਂਕਿ ਪਰ ਇਹ ਨਿਰਾਸ਼ਤਾ ਜਿਹੜੀ ਹੈ ਪਹਿਲਾਂ ਵਾਂਗ ਨਹੀਂ ਹੈ, ਵੱਖਰੀ ਕਿਸਮ ਦੀ ਹੈ। ਮੈਂ ਇਹਦੇ ਵਾਸਤੇ ਆਪ ਕੁਝ ਕਹਿਣ ਦੀ ਥਾਂ ਤੇ ਡਾਕਟਰ ਗੰਡਾ ਸਿੰਘ ਵਰਗੇ ਇੱਕ ਵਿਦਵਾਨ ਇਤਿਹਾਸਕਾਰ ਦਾ ਜਦੋਂ ਉਹਨਾਂ ਨੇ ਇਸ ਪੁਸਤਕ ਨੂੰ ਐਡਿਟ ਕੀਤਾ, ਤਾਂ ਜੋ ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਵੱਲੋਂ ਲਿਖਿਆ, ਉਹਦਾ ਪਹਿਲਾ ਪੈਰਾ ਹੀ ਮੈਂ ਪੜ੍ਹ ਦਿੰਦਾ, ਜਿਹਦੇ ਤੋਂ ਤੁਹਾਨੂੰ ਸਮਝ ਲੱਗ ਜਾਏਗਾ ਕਿ ਇਹ ਨਿਰਾਸ਼ਤਾ ਕਿਸ ਗੱਲ ਦੀ ਹੈ। ਆਪ ਲਿਖਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀਆਂ ਵਿੱਚੋਂ ਕੇਵਲ ਇੱਕ ਸੈਨਾਪਤ ਹੀ ਹੈ ਜਿਸ ਨੇ ਗੁਰੂ ਸਾਹਿਬ ਦੇ ਇਤਿਹਾਸਕ ਜੀਵਨ ਪਰ ਕੁਝ ਕੁ ਵਿਸਥਾਰ ਨਾਲ ਲਿਖਿਆ ਹੈ। ਜੇ ਕਿਧਰੇ ਹਜ਼ੂਰ ਦੇ ਦਰਬਾਰ ਵਿੱਚ 2-4 ਹੋਰ ਲੇਖਕ ਵੀ ਇਸ ਤਰ੍ਹਾਂ ਇਹਨਾਂ ਦੇ ਜੀਵਨ ਦੇ ਵਾਕਿਆਤ ਪਰ ਕੁਝ ਲਿਖ ਜਾਂਦੇ, ਤਾਂ ਉਹਨਾਂ ਦੀ ਸਹਾਇਤਾ ਨਾਲ ਇੱਕ ਖਾਸੀ ਅੱਛੀ ਤੇ ਭਰੋਸੇਯੋਗ ਇਤਿਹਾਸਕ ਜੀਵਨੀ ਲਿਖੀ ਜਾ ਸਕਣੀ ਕਾਫੀ ਸੌਖੀ ਹੋ ਜਾਂਦੀ, ਅਤੇ ਉਹ ਸਾਰੀਆਂ ਗੁੰਝਲਾਂ, ਬਹੁਤ ਸਾਰੀਆਂ ਉਹ ਗੁੰਝਲਾਂ ਸਾਫ਼ ਹੋ ਜਾਂਦੀਆਂ ਜੋ ਹੁਣ ਇਸ ਵੇਲੇ ਦੇ ਇਤਿਹਾਸਕਾਰਾਂ ਨੂੰ ਖੋਲ੍ਹਣੀਆਂ ਮੁਸ਼ਕਲ ਹੋ ਰਹੀਆਂ। ਤਾਂ ਇਹ ਨਿਰਾਸ਼ਤਾ ਸਾਡੇ ਪੱਲੇ ਪੈਂਦੀ ਹੈ ਕਿ ਕਾਸ਼ ਸੈਨਾਪਤ ਨੇ ਇਸ ਤੋਂ ਵੱਧ ਲਿਖਿਆ ਹੁੰਦਾ, ਕਿ ਕਾਸ਼ ਸੈਨਾਪਤ ਵਰਗੇ 2-4 ਹੋਰ ਲੇਖਕ ਸਾਨੂੰ ਮਿਲ ਗਏ ਹੁੰਦੇ, ਗੁਰੂ ਸਾਹਿਬ ਦੇ ਸਮਕਾਲੀ ਹੁੰਦੇ ਜਾਂ ਉਸ ਤੋਂ ਇਮੀਡੀਏਟਲੀ ਬਾਅਦ ਲਿਖਣ ਵਾਲੇ ਹੁੰਦੇ। ਤਾਂ ਇਹ ਜਿਹੜੀ ਚੀਜ਼ ਹੈ, ਇਹ ਨਿਰਾਸ਼ਤਾ ਸਾਨੂੰ ਪੈਂਦੀ ਹੈ। ਇਸ ਤੋਂ ਤੁਸੀਂ ਇੱਕ ਅੰਦਾਜ਼ਾ ਲਗਾ ਲਿਆ ਹੋਣਾ ਹੈ ਕਿ ਇਸ ਪੁਸਤਕ ਦੇ ਜਿਹੜੇ ਗੁਣ ਹਨ, ਉਹ ਅਗਰ ਡਾਕਟਰ ਗੰਡਾ ਸਿੰਘ ਵਰਗੇ ਵਿਦਵਾਨ ਦੇ ਮਨ ਦੇ ਵਿੱਚ ਵੀ ਇਹ ਇੱਕ, ਕਹਿ ਲਈਏ ਕਿ ਮਨ ਦੇ ਵਿੱਚੋਂ ਇੱਕ ਹੌਕਾ ਕੱਢਦੇ ਆ ਕਿ ਕਾਸ਼ ਸੈਨਾਪਤ ਨੇ ਹੋਰ ਵੀ ਲਿਖਿਆ ਹੁੰਦਾ ਜਾਂ ਇਹਦੇ ਵਰਗੇ ਹੋਰ ਵੀ ਲਿਖਣ ਵਾਲੇ ਹੁੰਦੇ, ਤਾਂ ਇਸ ਪੁਸਤਕ ਦਾ ਸਥਾਨ ਸਾਡੇ ਇਤਿਹਾਸ ਦੇ ਵਿੱਚ ਕੀ ਹੋਣਾ ਚਾਹੀਦਾ ਹੈ ਤੇ ਕਿਸ ਤਰ੍ਹਾਂ ਦਾ ਹੈ, ਇਹ ਤੁਸੀਂ ਅੰਦਾਜ਼ਾ ਲਗਾ ਸਕਦੇ। ਫਿਰ ਜਦੋਂ ਗਿਆਨੀ ਸੋਹਣ ਸਿੰਘ ਸੀਤਲ ਨੇ ਇਹਨੂੰ ਰਿਵਿਊ ਕੀਤਾ, ਤੇ ਉਹਨਾਂ ਨੇ ਜੋ ਲਿਖਿਆ ਉਹ ਇਹਦੇ ਬਾਰੇ ਹੋਰ ਗੱਲ ਨੂੰ ਸਪਸ਼ਟ ਕਰ ਦਿੰਦੇ ਹਨ। ਕਹਿੰਦੇ ਹਨ, ਇਹ ਕਵੀ ਹੋਰ ਲੇਖਕਾਂ ਵਾਂਗ ਦੇਵੀ ਦੇਵਤਿਆਂ ਦੀ ਆਰਾਧਨਾ ਨਹੀਂ ਕਰਦਾ। ਸਾਰੇ ਗ੍ਰੰਥ ਵਿੱਚ ਗੁਰੂ ਮਹਾਰਾਜ ਜਾਂ ਅਕਾਲ ਪੁਰਖ ਦੀ ਹੀ ਉਪਮਾ ਹੈ। ਕਿਤੇ ਵੀ ਲੇਖਕ ਸਿੱਖ ਸਿਧਾਂਤ ਤੋਂ ਪਾਸੇ ਨਹੀਂ ਗਿਆ। ਇਹ ਸ਼ਬਦ ਹਨ ਗਿਆਨੀ ਸੋਹਣ ਸਿੰਘ ਸੀਤਲ ਦੇ, ਜਿਨ੍ਹਾਂ ਦੇ ਮਨ ਦੇ ਵਿੱਚੋਂ ਹਮੇਸ਼ਾ ਇਹ ਵੇਦਨਾ ਨਿਕਲਦੀ ਰਹਿੰਦੀ ਹੈ ਕਿ ਇਹ ਜੋ ਬਾਕੀ ਜਿਨ੍ਹਾਂ ਦਾ ਆਪਾਂ ਜ਼ਿਕਰ ਕੀਤਾ, ਗੁਰਬਿਲਾਸਾਂ ਤੇ ਮਹਿਮਾ ਪ੍ਰਕਾਸ਼ ਤੇ ਹੋਰ ਪੁਸਤਕਾਂ ਬਾਰੇ, ਜਨਮ ਸਾਖੀਆਂ ਬਾਰੇ, ਕਿ ਬਈ ਇਹਨਾਂ ਨੇ ਕਿਉਂ ਇਸ ਤਰ੍ਹਾਂ ਦਾ ਲਿਖਿਆ, ਗੁਰੂ ਸਾਹਿਬ ਦੇ ਜੀਵਨ ਨੂੰ ਕਿਉਂ ਇਸ ਤਰ੍ਹਾਂ ਗੰਧਲੇ ਤਰੀਕੇ ਦੇ ਨਾਲ ਲਿਖਿਆ। ਤਾਂ ਇਹ 2 ਪੁਸਤਕਾਂ ਦੇ ਵਿੱਚੋਂ ਤੁਹਾਨੂੰ ਇਹ 2 ਗਵਾਹੀਆਂ ਜਿਹੜੀਆਂ ਮੈਂ ਡਾਕਟਰ ਗੰਡਾ ਸਿੰਘ ਤੇ ਗਿਆਨੀ ਸੋਹਣ ਸਿੰਘ ਸੀਤਲ ਦੀਆਂ ਦਿੱਤੀਆਂ ਹਨ, ਉਹਦੇ ਬਾਰੇ ਤੁਹਾਨੂੰ ਇਹ ਅੰਦਾਜ਼ਾ ਲੱਗ ਹੀ ਗਿਆ ਹੈ ਕਿ ਇਹ ਕਿਸ ਕਿਸਮ ਦੀ ਪੁਸਤਕ ਹੈ। ਇਹਦੇ ਬਾਰੇ ਅਸੀਂ ਹੋਰ ਅੱਗੇ ਚੱਲ ਕੇ ਵਿਚਾਰ ਕਰਦੇ ਹਾਂ। ਤਾਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਸੈਨਾਪਤ ਨੇ ਬਹੁਤ ਚੰਗਾ ਲਿਖਿਆ, ਬੜੀ ਸ਼ਰਧਾ ਪ੍ਰੇਮ ਤੇ ਸਿਧਾਂਤਾਂ ਦੇ ਮੁਤਾਬਕ ਲਿਖਿਆ, ਪਰ ਬੜਾ ਥੋੜਾ ਲਿਖਿਆ। ਇਹ ਇੱਕ ਸਾਡੇ ਮਨ ਵਿੱਚੋਂ ਹਮੇਸ਼ਾ ਇਹ ਹੌਕਾ ਜਿਹਾ ਨਿਕਲਦਾ ਰਹੇਗਾ ਕਿ ਕਾਸ਼ ਉਹਨੇ ਹੋਰ ਲਿਖਿਆ। ਤਾਂ ਚਲੋ ਆਓ ਆਪਾਂ ਇਹਦੀ ਵਿਚਾਰ ਸ਼ੁਰੂ ਕਰੀਏ ਕਿ ਪੁਸਤਕ ਦਾ ਆਪਣਾ ਵੀ ਇੱਕ ਇਤਿਹਾਸ ਹੈ। ਹਾਲਾਂਕਿ ਇਹਦੀਆਂ ਹੱਥ ਲਿਖਤਾਂ ਦੇ ਬਾਰੇ ਅਸੀਂ ਸਹਿਜੇ ਹੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹ ਲਿਖੇ ਜਾਣ ਤੋਂ ਬਾਅਦ ਹੀ ਕਾਫੀ ਪ੍ਰਚਲਿਤ ਰਹੀਆਂ ਹੋਣਗੀਆਂ, ਕਿਉਂਕਿ ਅੱਗੇ ਜਾ ਕੇ ਅਸੀਂ ਜਿਵੇਂ ਦੇਖਾਂਗੇ ਹੋਰ ਵੀ ਬਹੁਤ ਸਾਰੇ ਪੁਰਾਣੇ ਇਤਿਹਾਸਕਾਰਾਂ ਨੇ ਇਸ ਲਿਖਤ ਨੂੰ ਵਰਤਿਆ ਹੈ ਤੇ ਇਹਦਾ ਸਹਾਰਾ ਲਿਆ। ਪਰ ਜੋ ਮੌਜੂਦਾ ਸਮੇਂ ਦੇ ਵਿੱਚ ਇਹਦਾ ਇਤਿਹਾਸ ਇਹ ਹੈ ਕਿ ਜਦੋਂ ਸਿੰਘ ਸਭਾ ਲਹਿਰ ਤੋਂ ਬਾਅਦ, ਇਹਦੇ ਪ੍ਰਚੰਡ ਹੋਣ ਤੋਂ ਬਾਅਦ, ਜਦੋਂ ਪੁਰਾਤਨ ਇਤਿਹਾਸਕ ਪੁਸਤਕਾਂ ਦੀ ਖੋਜ ਪੜਤਾਲ, ਸਾਂਭ ਸੰਭਾਈ ਤੇ ਲੱਭਤਾਂ ਸ਼ੁਰੂ ਹੋਈਆਂ, ਤਾਂ ਇੱਕ ਪ੍ਰੋਸੈਸ ਸ਼ੁਰੂ ਹੋਇਆ 20ਵੀਂ ਸਦੀ ਦੇ ਸ਼ੁਰੂ ਦੇ ਵਿੱਚ। ਤਾਂ ਉਦੋਂ ਬਹੁਤ ਸਾਰੇ ਵਿਦਵਾਨਾਂ ਨੇ ਇਹਦੇ ਵਿੱਚ ਹਿੱਸਾ ਪਾਇਆ, ਜਿਹਦੇ ਵਿੱਚ ਅਸੀਂ ਅੱਗੇ ਕਈ ਵਾਰੀ ਡਾਕਟਰ ਗੰਡਾ ਸਿੰਘ ਦਾ ਇਹਦੇ ਵਾਸਤੇ ਵਿੱਚ ਵਿਸ਼ੇਸ਼ ਯੋਗਦਾਨ ਜਿਹੜਾ ਹੈ ਉਹ ਅਸੀਂ ਦੱਸ ਚੁੱਕੇ ਹਾਂ। ਉਸ ਤੋਂ ਅੱਗੇ ਇਹਨਾਂ ਤੋਂ ਬਾਅਦ ਡਾਕਟਰ ਫੌਜਾ ਸਿੰਘ, ਡਾਕਟਰ ਕਿਰਪਾਲ ਸਿੰਘ ਤੇ ਹੋਰ ਕਈ ਵਿਦਵਾਨਾਂ ਦੀ ਅਸੀਂ ਗੱਲ ਕਰ ਚੁੱਕੇ ਹਾਂ। ਤੇ ਸ਼ੁਰੂ ਵਿੱਚ ਡਾਕਟਰ ਸਰਦਾਰ ਕਰਮ ਸਿੰਘ ਹਿਸਟੋਰੀਅਨ ਦੀ ਜਿਹੜੀ ਕੰਟਰੀਬਿਊਸ਼ਨ ਹੈ, ਉਹਦੀ ਵੀ ਅਸੀਂ ਗੱਲ ਕਰ ਚੁੱਕੇ ਹਾਂ।
ਤੇ ਅੱਜ ਮੈਂ ਦੋ ਹੋਰ ਵਿਅਕਤੀਆਂ ਦਾ ਜ਼ਿਕਰ ਇੱਥੇ ਕਰਨਾ ਚਾਹਾਂਗਾ, ਜਿਨ੍ਹਾਂ ਦਾ ਜ਼ਿਕਰ ਸਾਨੂੰ ਇਸ ਪੁਸਤਕ ਦੇ ਸੰਬੰਧ ਵਿੱਚ ਅਕਾਲੀ ਕੌਰ ਸਿੰਘ ਦਾ ਕਰਨਾ ਬਣਦਾ ਹੈ। ਤੇ ਦੂਜੇ ਜੋ ਵਿਅਕਤੀ ਹਨ, ਜਿਨ੍ਹਾਂ ਨੂੰ ਅਸੀਂ ਇੱਕ ਮਿਸ਼ਨਰੀਆਂ ਦੇ ਪਿਤਾਮਾ ਕਹਿ ਦਿੰਦੇ ਹਾਂ, ਜਾਂ ਬਹੁਤ ਪੁਰਾਣੇ ਮਿਸ਼ਨਰੀ, ਤਖਤ ਸਿੰਘ ਮਿਸ਼ਨਰੀ ਫਿਰੋਜ਼ਪੁਰ ਵਾਲੇ, ਜਿਨ੍ਹਾਂ ਨੇ ਕੰਨਿਆ ਵਿਦਿਆਲਿਆ ਖੋਲ੍ਹਿਆ ਸੀ, ਉਹਨਾਂ ਨੇ ਵੀ ਇਸ ਬਾਰੇ ਉਚੇਚੇ ਯਤਨ ਕੀਤੇ ਹਨ, ਜਿਨ੍ਹਾਂ ਦੀ ਸ਼ਲਾਘਾ ਡਾਕਟਰ ਗੰਡਾ ਸਿੰਘ ਵੀ ਕਰਦੇ ਹਨ ਆਪਣੀਆਂ ਲਿਖਤਾਂ ਵਿੱਚ, ਕਿ ਉਹਨਾਂ ਨੇ ਫਿਰੋਜ਼ਪੁਰ ਦੇ ਵਿੱਚ ਜਦੋਂ ਇਹ ਉਦਮ ਸ਼ੁਰੂ ਕੀਤਾ, ਤੇ ਨਾਲ ਉਹਨਾਂ ਨੇ ਪੁਰਾਤਨ ਲਿਖਤਾਂ ਤੇ ਹੱਥ ਲਿਖਤਾਂ ਨੂੰ ਵੀ ਕਲੈਕਟ ਕਰਨ ਦੀ ਸੇਵਾ ਬੜੇ ਜ਼ੋਰ ਸ਼ੋਰ ਨਾਲ ਆਰੰਭ ਕੀਤੀ, ਤਾਂ ਕਿ ਅਸੀਂ ਆਪਣੇ ਇਤਿਹਾਸ ਨੂੰ ਵੀ ਸੁਧਾਰ ਸਕੀਏ। ਤੋ ਇਸ ਪ੍ਰੋਸੈਸ ਦੇ ਵਿੱਚ ਅਕਾਲੀ ਕੌਰ ਸਿੰਘ ਨੇ ਜਦੋਂ ਆਪਣੀਆਂ ਖੋਜਾਂ ਸ਼ੁਰੂ ਕੀਤੀਆਂ, ਚੰਗੇ ਵਿਦਵਾਨ ਸਨ। ਜਿਹੜਾ ਪਹਿਲਾ ਤੁਕ ਤਤਕਰਾ ਸਾਡੇ ਹੱਥ 'ਚ ਆਉਂਦਾ ਹੈ, ਉਹ ਅਕਾਲੀ ਕੌਰ ਸਿੰਘ ਦਾ ਲਿਖਿਆ ਹੋਇਆ ਹੀ ਆਉਂਦਾ ਹੈ। ਤੇ ਇਸ ਤੋਂ ਇਲਾਵਾ ਵੀ ਉਹਨਾਂ ਨੇ ਕਾਫੀ ਕੰਟਰੀਬਿਊਸ਼ਨ ਹੈ ਉਹਨਾਂ ਦੀ। ਤਾਂ ਉਹਨਾਂ ਨੇ ਸਨ 1925 ਵਿੱਚ, ਜਦੋਂ ਇਹਨਾਂ ਨੂੰ ਇਹਨਾਂ ਦੀਆਂ ਦੋ ਹੱਥ ਲਿਖਤਾਂ ਇਸ ਗ੍ਰੰਥ ਦੀਆਂ ਮਿਲੀਆਂ, ਇਸ ਪੁਸਤਕ ਦੀਆਂ ਮਿਲੀਆਂ, ਤਾਂ ਉਹਨਾਂ ਨੇ ਉਹਨਾਂ ਦੋਹਾਂ ਦਾ ਮਿਲਾਨ ਕਰਕੇ ਜੋ ਜੋ ਉਹਨਾਂ ਨੂੰ ਵਖਰੇਵਾਂ ਮਿਲਿਆ, ਉਹਨੂੰ ਠੀਕ ਕਰਕੇ ਉਹਨਾਂ ਨੇ 1925 ਦੇ ਵਿੱਚ ਇਹਦਾ ਸਭ ਤੋਂ ਪਹਿਲੀ ਵਾਰੀ ਪ੍ਰਕਾਸ਼ਨ ਕੀਤਾ। ਪਰ ਇਹ ਥੋੜੀ ਦੇਰ ਚੱਲਿਆ, ਤੇ ਉਸ ਤੋਂ ਬਾਅਦ ਇਹ ਪੁਸਤਕ ਫਿਰ ਮਿਲਣੀ ਦੁਰਲੱਭ ਹੋ ਗਈ। ਉਸ ਤੋਂ ਬਾਅਦ ਕਾਫੀ ਲੰਬਾ ਸਮਾਂ ਇਹ ਪੁਸਤਕ ਤਕਰੀਬਨ ਅਲੋਪ ਹੀ ਰਹੀ, ਲਾਇਬ੍ਰੇਰੀਆਂ ਵਿੱਚ ਜ਼ਰੂਰ ਪਈ ਰਹੀ ਹੋਵੇਗੀ। ਫਿਰ 1967 ਦੇ ਵਿੱਚ ਡਾਕਟਰ ਗੰਡਾ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਤੋਂ ਇਹਨੂੰ ਐਡਿਟ ਕਰਕੇ ਛਾਪਿਆ, ਤੇ ਇਹਦੀ ਚੰਗੀ ਪੜਚੋਲ ਉਹਨਾਂ ਨੇ 50-60 ਸਫ਼ਿਆਂ ਵਿੱਚ ਉਸ ਐਡੀਸ਼ਨ ਦੇ ਵਿੱਚ ਕੀਤੀ, ਜਿਹਦੇ ਤੋਂ ਅੱਜ ਅਸੀਂ ਇਸ ਵਿਚਾਰ ਦੇ ਵਿੱਚ ਕਾਫੀ ਮਦਦ ਲਵਾਂਗੇ। ਤੇ ਸਨ 1967 ਵਿੱਚ ਹੀ ਸ਼੍ਰੋਮਣੀ ਕਮੇਟੀ ਨੇ ਸਰਦਾਰ ਸ਼ਮਸ਼ੇਰ ਸਿੰਘ ਅਸ਼ੋਕ ਦੁਆਰਾ ਐਡਿਟ ਕੀਤੀ ਹੋਈ ਇੱਕ ਐਡੀਸ਼ਨ ਛਾਪੀ। ਤੋ ਇਸ ਐਡੀਸ਼ਨ ਦੇ ਵਿੱਚ ਵੀ ਕੁਝ ਵਿਚਾਰ ਇਹਦੇ ਬਾਰੇ ਦਿੱਤੇ ਗਏ ਸਨ, ਪਰ ਇਹ ਬਹੁਤ ਸੰਖੇਪ ਸਨ। 5-7 ਪੇਜ ਦਾ ਹੀ ਇਹਨਾਂ ਨੇ ਲਿਖਤ ਲਿਖੀ ਉਸ ਦੇ ਬਾਰੇ, ਤੇ ਉਸ ਤੋਂ ਬਾਅਦ ਕਿਤਾਬ ਦੇ ਦਿੱਤੀ। ਪਰ ਇਹਨਾਂ ਦੋ ਐਡੀਸ਼ਨਾਂ ਤੋਂ ਬਾਅਦ ਇਹ ਜਿਹੜਾ ਗ੍ਰੰਥ ਹੈ, ਇਹ ਪੁਸਤਕ ਹੈ, ਫਿਰ ਸਾਡੇ ਸਰਕੂਲੇਸ਼ਨ ਦੇ ਵਿੱਚ ਆਣੀ ਸ਼ੁਰੂ ਹੁੰਦੀ ਹੈ। ਤੋ ਇਹਦੇ ਬਾਰੇ ਜੋ ਅਸੀਂ ਵਿਚਾਰ ਕਰਨੀ ਹੈ, ਉਹ ਮੁੱਖ ਤੌਰ ਤੇ ਡਾਕਟਰ ਗੰਡਾ ਸਿੰਘ ਦੀ ਜਿਹੜੀ ਇੰਟਰੋਡਕਸ਼ਨ ਹੈ ਉਹਦੇ ਬਾਰੇ, ਉਹਦੇ ਤੋਂ ਮਦਦ ਲਵਾਂਗੇ। ਸ਼ਮਸ਼ੇਰ ਸਿੰਘ ਅਸ਼ੋਕ ਸਾਹਿਬ ਨੇ ਜੋ ਲਿਖਿਆ ਉਹਦੀ ਵੀ ਮਦਦ ਲਵਾਂਗੇ। ਗਿਆਨੀ ਸੋਹਣ ਸਿੰਘ ਸੀਤਲ ਨੇ, ਜਿਵੇਂ ਮੈਂ ਪਹਿਲਾਂ ਦੱਸਿਆ, ਇਹਦੀ ਪੜਚੋਲ ਕੀਤੀ ਹੈ। ਤੇ ਡਾਕਟਰ ਗੁਰਬਚਨ ਸਿੰਘ ਨਈਅਰ ਨੇ ਜਿਹੜੀ ਇੱਕ ਪੁਸਤਕ ਲਿਖੀ ਹੋਈ ਹੈ, ਸਿੱਖ ਇਤਿਹਾਸ ਦੇ 94 ਮੂਲ ਸਰੋਤ, ਉਹਦੇ ਉੱਤੇ ਇਹ ਚਾਰ ਪੁਸਤਕਾਂ ਦੀ ਮਦਦ ਨਾਲ ਅਸੀਂ ਸਾਰੀ ਵਿਚਾਰ ਕਰਦੇ। ਤੋ ਸਭ ਤੋਂ ਪਹਿਲਾਂ ਆਪਾਂ ਲੇਖਕ ਦੀ ਗੱਲ ਕਰ ਲਈਏ। ਲੇਖਕ ਇਸ ਦਾ ਸੈਨਾਪਤ ਲਿਖਿਆ ਹੈ, ਸਾਰੇ ਵਿਦਵਾਨ ਇਸ ਦੇ ਨਾਲ ਸਹਿਮਤ ਹਨ। ਇਹ ਸੈਨਾਪਤ ਕੌਣ ਸੀ? ਕਿਉਂਕਿ ਇਹ ਉਹਦਾ ਇੱਕ ਕਵੀ ਵਾਲਾ ਉਪਨਾਮ ਹੈ, ਤਖੱਲਸ ਹੈ। ਅਸਲ ਨਾਮ ਇਹਦਾ ਚੰਦਰ ਸੈਨ ਸੀ, ਤੇ ਇਹ ਮਾਨ ਇਹਦੀ ਜੋ ਉਪਨਾਮ ਸਾਡੇ ਕਿਸਾਨਾਂ ਦੇ ਵਿੱਚ, ਕਿਸਾਨੀ ਜਿਹੜੇ ਜੱਟ ਪਰਿਵਾਰ ਹਨ ਉਹਨਾਂ ਦੇ ਵਿੱਚੋਂ ਇਹ ਸਨ। ਤੋ ਕਿਸਾਨੀ ਦਾ ਕਿੱਤਾ ਕਰਨ ਵਾਲੇ ਪਰਿਵਾਰ ਦੇ ਵਿੱਚੋਂ ਸੀ। ਇਹਦਾ ਅਸਲ ਨਾਮ ਚੰਦਰ ਸੈਨ ਮਾਨ ਕਈ ਥਾਵਾਂ ਤੇ ਲਿਖਿਆ ਮਿਲਦਾ। ਤੇ ਇਹ ਚੰਗਾ ਵਿਦਵਾਨ ਸੀ। ਇਹਦੀਆਂ 3 ਪੁਸਤਕਾਂ ਮਿਲਦੀਆਂ ਹਨ। ਇੱਕ ਤਾਂ ਜਿਹੜੀ ਅਸੀਂ ਗੱਲ ਕਰ ਰਹੇ ਹਾਂ, ਸ੍ਰੀ ਗੁਰ ਸੋਭਾ, ਜਿਹੜੀ ਕਿ ਪੰਜਾਬੀ ਤੇ ਬ੍ਰਿਜ ਭਾਸ਼ਾ ਦੇ ਮਿਕਸਚਰ ਵਿੱਚ ਲਿਖੀ ਗਈ ਹੈ। 2 ਕਿਤਾਬਾਂ ਇਹਨੇ ਟਰਾਂਸਲੇਟ ਕੀਤੀਆਂ, ਇਹਦੇ ਗ੍ਰੰਥ ਜਿਹੜੇ ਅੱਜ ਤੱਕ ਪ੍ਰਾਪਤ ਹਨ ਸਨ। ਇੱਕ ਤਾਂ ਹੈ ਚਾਣਕਿਆ ਨੀਤੀ ਸ਼ਾਸਤਰ, ਜਿਹੜਾ ਇਹਨੇ ਸੰਸਕ੍ਰਿਤ ਤੋਂ ਬ੍ਰਿਜ ਭਾਸ਼ਾ ਦੇ ਵਿੱਚ ਅਨੁਵਾਦ ਕੀਤਾ। ਤੇ ਇੱਕ ਵੈਦਗੀ ਭਾਵ, ਜੋ ਵੈਦ ਲੋਕਾਂ ਦੇ ਨੁਸਖੇ ਆਦਿਕ ਜਿਹਦੇ ਵਿੱਚ ਦਿੱਤੇ ਹੁੰਦੇ ਹਨ, ਉਹ ਇੱਕ ਪੁਰਾਣੇ ਸੱਜਣ ਦਾ ਲਿਖਿਆ ਹੋਇਆ ਗ੍ਰੰਥ ਸੀ, ਜਿਹਦਾ ਨਾਮ ਸੀ ਰਾਮ ਬਿਨੋਦ। ਉਹ ਵੀ ਸੰਸਕ੍ਰਿਤ ਵਿੱਚ ਸੀ। ਉਹ ਵੀ ਜਿਹੜਾ ਹੈ, ਇਹਨੇ ਅੱਗੇ ਚੱਲ ਕੇ, ਆਪਾਂ ਇਹਦੇ ਇੱਕ ਮਿੱਤਰ ਵੈਦ ਸਨ, ਉਹਨਾਂ ਦੇ ਕਹਿਣ ਉੱਤੇ ਇਹਨੇ ਟਰਾਂਸਲੇਟ ਕੀਤਾ ਬ੍ਰਿਜ ਭਾਸ਼ਾ ਵਿੱਚ, ਤੇ ਉਹਦਾ ਨਾਮ ਰੱਖਿਆ ਸੁਖ ਸੈਨ। ਤੋ ਇਹ ਵੈਦਗੀ ਨਾਲ ਜਾਂ ਡਾਕਟਰੀ ਨਾਲ ਸੰਬੰਧਿਤ ਇਹ ਗ੍ਰੰਥ ਹੈ, ਤਾਂ ਉਹ ਵੀ ਇਹਨੇ ਟਰਾਂਸਲੇਟ ਕੀਤਾ। ਤੋ ਇਹ ਜਿਹੜੀਆਂ 2 ਟਰਾਂਸਲੇਸ਼ਨਸ ਸੈਨਾਪਤ ਨੇ ਕੀਤੀਆਂ ਨੇ, ਇਸ ਤੋਂ ਸਾਨੂੰ ਉਹਦੀ ਵਿਦਵਤਾ ਦਾ, ਉਹਦੇ ਗਿਆਨ ਦਾ, ਉਹਦੇ ਭਾਸ਼ਾ ਦੇ ਕਮਾਲ ਦਾ, ਇਹ ਸਾਰੀਆਂ ਚੀਜ਼ਾਂ ਦਾ ਸਾਨੂੰ ਪਤਾ ਲੱਗ ਜਾਂਦਾ ਹੈ। ਕਿਉਂਕਿ ਚਾਣਕਿਆ ਦਾ ਨੀਤੀ ਸ਼ਾਸਤਰ ਇੱਕ ਗੂੜ ਗ੍ਰੰਥ ਹੈ। ਉਹਦਾ ਅਨੁਵਾਦ ਕਰਨ ਲਈ ਇੱਕ ਵਿਦਵਾਨ ਹੀ ਹੱਥ ਪਾ ਸਕਦਾ ਸੀ। ਤੇ ਦੂਜੀ ਗੱਲ ਜਿਹੜੀ ਸਮਝ ਆ ਜਾਂਦੀ ਹੈ ਸਾਨੂੰ ਸਹਿਜੇ ਹੀ, ਕਿ ਸੰਸਕ੍ਰਿਤ ਦਾ ਵੀ ਵਿਦਵਾਨ ਸੀ ਤੇ ਬ੍ਰਿਜ ਭਾਸ਼ਾ ਦਾ ਵੀ ਵਿਦਵਾਨ ਸੀ। ਤੇ ਇੱਕ ਬਿਲਕੁਲ ਇਸ ਤੋਂ ਅਲੱਗ ਵਿਸ਼ੇ ਦੀ ਪੁਸਤਕ ਇਹਨੇ ਟਰਾਂਸਲੇਟ ਕੀਤੀ ਹੈ, ਵੀ ਇਹਦੀ ਵਿਦਵਤਾ ਦਾ ਇੱਕ ਨਮੂਨਾ ਅਸੀਂ ਮੰਨ ਸਕਦੇ।
ਤੇ ਇਹਨਾਂ ਤਿੰਨਾਂ ਪੁਸਤਕਾਂ ਦੇ ਵਿੱਚ ਜੋ ਖਿਲਰੀ ਹੋਈ ਜਾਣਕਾਰੀ ਇਹਦੇ ਬਾਰੇ ਹੈ, ਉਹ ਉਹਨੇ ਆਪ ਲਿਖੀ ਹੋਈ ਹੈ। ਉਹਦੇ ਤੋਂ ਤੇ ਕੁਝ ਹੋਰ ਰੈਫਰੈਂਸਿਸ ਤੋਂ ਜੋ ਵਿਦਵਾਨਾਂ ਨੇ ਇਹਦੇ ਬਾਰੇ ਰਾਏ ਬਣਾਈ ਹੈ, ਉਹ ਇਹ ਹੈ ਕਿ ਇਹਦਾ ਜਿਹੜਾ ਨਾਮ ਸੀ ਉਹ ਚੰਦਰ ਸੈਨ ਸੀ, ਤੇ ਪਿਤਾ ਦਾ ਨਾਮ ਬਾਲ ਚੰਦ ਇਹਨੇ ਦੱਸਿਆ ਹੈ। ਪਹਿਲਾਂ ਇਹ ਲਾਹੌਰ ਵਿੱਚ ਵਸਦਾ ਸੀ, ਫਿਰ ਆਪਣੇ ਮਿੱਤਰ ਦੇ ਕਹਿਣ ਤੇ ਵਜ਼ੀਰਾਬਾਦ ਨਾਮਕ ਸਥਾਨ ਤੇ ਵਸ ਗਿਆ। ਇਹ ਆਪਣੇ ਵਿਦਿਆ ਗੁਰੂ ਦਾ ਨਾਮ ਦੇਵੀ ਦਾਸ ਦਿੰਦਾ ਹੈ, ਜਿਹਨੂੰ ਉਹ ਕਾਫੀ ਸਿਆਣਪ ਦੇ ਨਾਲ ਸੰਬੋਧਨ, ਸਿਆਣੇ ਦੇ ਤੌਰ ਤੇ ਚੰਦਨ ਕਹਿ ਕੇ ਉਹਨੂੰ ਸੰਬੋਧਨ ਕਰਦਾ ਹੈ। ਤੇ ਵਿਦਵਾਨਾਂ ਦਾ ਵਿਚਾਰ ਹੈ ਕਿ ਗੁਰੂ ਜੀ ਦੇ ਦੋ ਹੋਰ ਲਾਹੌਰ ਨਿਵਾਸੀ ਜਿਹੜੇ ਦਰਬਾਰੀ ਕਵੀ ਸਨ, ਅੰਮ੍ਰਿਤ ਰਾਏ ਤੇ ਅਣੀ ਰਾਏ, ਇਹ ਉਹਨਾਂ ਨਾਲ ਸੰਪਰਕ ਵਿੱਚ ਜ਼ਰੂਰ ਹੋਵੇਗਾ, ਕਿਉਂਕਿ ਪਹਿਲਾਂ ਇਹ ਲਾਹੌਰ ਰਹਿੰਦਾ ਸੀ। ਤੇ ਜਦੋਂ ਉਹ ਕਵੀ ਗੁਰੂ ਸਾਹਿਬ ਦੇ ਕੋਲ ਉਹਨਾਂ ਦੇ ਬੁਲਾਵੇ ਉੱਤੇ ਅਨੰਦਪੁਰ ਸਾਹਿਬ ਗਏ, ਤੇ ਇਹ ਜਾਪਦਾ ਹੈ ਕਿ ਉਹਨਾਂ ਦੇ ਨਾਲ ਹੀ ਉਹ ਅਨੰਦਪੁਰ ਸਾਹਿਬ ਗਿਆ। ਤੇ ਅਨੰਦਪੁਰ ਸਾਹਿਬ ਦੀ ਇਹਦੀ ਸਟੇ ਦੇ ਬਾਰੇ ਵਿਦਵਾਨਾਂ ਦੀ ਰਾਏ ਇਹ ਹੈ ਕਿ ਉਹ ਉਹਨਾਂ ਦੇ ਗੁਰੂ ਸਾਹਿਬ ਦੇ ਪਾਉਂਟਾ ਸਾਹਿਬ ਜਾਣ ਤੋਂ ਪਹਿਲਾਂ, ਭਾਵ ਇਹ ਹੈ ਕਿ 1686 ਵਿੱਚ ਆਪ ਪਾਉਂਟਾ ਸਾਹਿਬ ਜਾਂਦੇ ਹਨ। ਤਾਂ ਵਿਦਵਾਨਾਂ ਨੇ ਜਿਹੜਾ ਅੰਦਾਜ਼ਾ ਦਿੱਤਾ ਹੈ ਉਹ 1678 ਤੋਂ 1685 ਦੇ ਦਰਮਿਆਨ ਇਹ ਅਨੰਦਪੁਰ ਸਾਹਿਬ ਦੇ ਵਿੱਚ ਕਿਸੇ ਸਮੇਂ ਤੇ ਗਿਆ, ਜਿਹਦੇ ਬਾਰੇ ਸਾਨੂੰ ਮਾਲੂਮ ਨਹੀਂ ਹੈ। ਤਾਂ ਉੱਥੇ ਦਰਬਾਰ ਦੇ ਵਿੱਚ ਉਹ ਕਵੀਆਂ ਦੇ ਵਿੱਚ ਜਾ ਕੇ ਸ਼ਾਮਲ ਹੋ ਗਿਆ, ਤੇ ਉਸ ਤੋਂ ਬਾਅਦ ਪਾਉਂਟਾ ਸਾਹਿਬ ਵੀ ਉਹਨਾਂ ਦੇ ਨਾਲ ਹੀ ਗਿਆ। ਤੇ ਲਗਭਗ ਵਿਦਵਾਨਾਂ ਦੀ ਰਾਏ ਹੈ ਕਿ 14-15 ਸਾਲ, ਭਾਵ ਇਹ ਹੈ ਕਿ ਇਹ ਤਕਰੀਬਨ ਅਸੀਂ ਕਹੀਏ ਕਿ ਖਾਲਸਾ ਸਾਜਨ ਦੀ ਘਟਨਾ ਤੋਂ ਬਾਅਦ ਤੱਕ ਉਹ ਉੱਥੇ ਰਿਹਾ। ਤੇ ਖਾਲਸਾ ਸਾਜਨਾ ਜਿਹੜੀ ਕੀਤੀ ਗਈ ਗੁਰੂ ਸਾਹਿਬ ਵੱਲੋਂ, ਮਸੰਦਾਂ ਨੂੰ ਪਾਸੇ ਕੀਤਾ ਗਿਆ, ਇਹ ਸਾਰਾ ਸਮਾਂ ਉੱਥੇ ਹੀ ਇਹਦਾ ਮੰਨਿਆ ਜਾਂਦਾ ਹੈ। ਤੇ ਇਹ ਵੀ ਮੰਨਿਆ ਜਾਂਦਾ ਹੈ ਕਿ ਉਹ ਅੰਮ੍ਰਿਤ ਛਕ ਕੇ ਉਹ ਸੈਨਾ ਸਿੰਘ ਬਣ ਗਿਆ। ਹੁਣ ਇਹਦਾ ਜਿਹੜਾ ਨਾਮ ਹੈ ਉਹ ਚੰਦਰ ਸੈਨ ਹੈ। ਸੈਨ ਤੋਂ ਇਹਨੇ ਆਪਣਾ ਉਪਨਾਮ ਜਿਹੜਾ ਰੱਖਿਆ ਉਹ ਸੈਨਾਪਤੀ ਰੱਖਿਆ, ਤੇ ਸੈਨਾਪਤੀ ਤੇ ਚੰਦਰ ਸੈਨ, ਇਹਨਾਂ ਦੋਹਾਂ ਤੋਂ ਹੀ ਪ੍ਰੇਰਨਾ ਲੈ ਕੇ ਅੰਮ੍ਰਿਤ ਛਕਣ ਤੋਂ ਬਾਅਦ ਇਹਦਾ ਨਾਮ ਸੈਨਾ ਸਿੰਘ ਰੱਖਿਆ ਗਿਆ। ਇਹ ਇੱਕ ਉਸ ਸਮੇਂ ਦੇ ਹੋਰ ਵੀ ਸਾਨੂੰ ਇਤਿਹਾਸ ਵਿੱਚ ਸੈਨਾ ਸਿੰਘ ਨਾਮ ਦੇ ਵਿਅਕਤੀ ਮਿਲਦੇ ਹਨ, ਤਾਂ ਜਿਸ ਤੋਂ ਲੱਗਦਾ ਹੈ ਕਿ ਇਹ ਉਸ ਵੇਲੇ ਦਾ ਪਪੂਲਰ ਨਾਮ ਸੀ ਜਿਹੜਾ ਇਹਨੇ ਅਪਣਾ ਲਿਆ। ਤੇ ਇਹਨੇ ਅੰਮ੍ਰਿਤ ਛਕਿਆ, ਇਹਦੇ ਬਾਰੇ ਸਾਨੂੰ ਇਤਿਹਾਸਕ ਵੀ ਜੋ ਕੁਝ ਮਿਲਦੇ ਹਨ, ਦੂਜੇ ਸਰੋਤਾਂ ਤੋਂ ਇਹ ਬਿਆਨ ਮਿਲਦਾ ਹੈ ਕਿ ਇਹਨੇ ਅੰਮ੍ਰਿਤ ਛਕਿਆ। ਤੇ ਜਿਹੜੀ ਬਾਬਾ ਸਮੇਰ ਸਿੰਘ ਪਟਨਾ ਸਾਹਿਬ ਵਾਲੇ ਜਿਹੜੇ ਉੱਥੋਂ ਦੇ ਮਹੰਤ ਸਨ, ਉਹਨਾਂ ਨੇ ਇਹਦਾ ਨਾਮ ਹੀ ਸੈਨਾ ਸਿੰਘ ਦਿੱਤਾ। ਉਹਨਾਂ ਨੇ ਸੈਨਾਪਤ ਦਾ ਨਾਮ ਦਿੱਤਾ ਹੀ ਨਹੀਂ ਹੈ ਆਪਣੀ ਲਿਖਤ ਦੇ ਵਿੱਚ। ਤੇ ਇਸ ਤੋਂ ਵੀ ਜ਼ਿਆਦਾ ਸਾਡੇ ਸਾਹਮਣੇ ਜਿਹੜੀ ਗੱਲ ਆਉਂਦੀ ਕਿ ਜਦੋਂ ਇਹ ਆਪਣੀ ਰਚਨਾ ਨੂੰ ਸ਼ੁਰੂ ਕਰਦਾ ਹੈ, ਤੇ ਸਭ ਤੋਂ ਪਹਿਲਾਂ ਸ਼ੁਰੂ ਕਰਨ ਲੱਗਿਆ ਉਹ ਲਿਖਦਾ ਹੈ ਖਾਲਸਾ ਬਾਜ, ਜਿਸ ਤੋਂ ਸਾਨੂੰ ਇਹ ਨਿਸ਼ਚਾ ਹੋ ਜਾਣਾ ਚਾਹੀਦਾ ਹੈ ਕਿ ਇਹਨੇ ਖਾਲਸਾ ਧਰਮ ਨੂੰ ਅਖਤਿਆਰ ਕਰ ਲਿਆ ਸੀ, ਤੇ ਉਸ ਤੋਂ ਬਾਅਦ ਹੀ ਇਹਨੇ ਇਹ ਲਿਖਣਾ ਸ਼ੁਰੂ ਕੀਤਾ। ਤੋ ਵਿਦਵਾਨ ਇਹ ਕਹਿੰਦੇ ਹਨ ਕਿ ਕੁਝ ਸਮੇਂ ਦੇ ਬਾਅਦ ਕੋਈ ਅਣਸੁਖਾਵੀਂ ਗੱਲ ਹੋ ਗਈ, ਜਿਹਦੇ ਕਰਕੇ ਗੁਰੂ ਦਰਬਾਰ ਨੂੰ ਛੱਡ ਕੇ ਪਹਿਲਾਂ ਲਾਹੌਰ ਗਿਆ, ਤੇ ਲਾਹੌਰ ਤੋਂ ਫਿਰ ਅੱਗੇ ਇਹ ਵਜ਼ੀਰਾਬਾਦ ਚਲਾ ਗਿਆ। ਤੋ ਜਦੋਂ ਗੁਰੂ ਸਾਹਿਬ ਨੂੰ ਪਤਾ ਲੱਗਿਆ, ਇਹ ਵੀ ਕਿਹਾ ਜਾਂਦਾ ਹੈ, ਹਾਲਾਂਕਿ ਇਹਦਾ ਕੋਈ ਸਾਨੂੰ ਡਾਇਰੈਕਟ ਰੈਫਰੈਂਸ ਨਹੀਂ ਮਿਲਦਾ, ਤੇ ਕਿਹਾ ਜਾਂਦਾ ਕਿ ਗੁਰੂ ਸਾਹਿਬ ਨੇ ਦੁਬਾਰਾ ਬੁਲਾਇਆ ਤਾਂ ਇਹਦਾ ਲਿਖਿਆ ਇੱਕ ਦੋਹਰਾ ਮਿਲਦਾ ਹੈ, ਜਿਹੜਾ ਕਿਹਾ ਜਾਂਦਾ ਹੈ ਕਿ ਇਹਨੇ ਗੁਰੂ ਸਾਹਿਬ ਨੂੰ ਲਿਖ ਕੇ ਭੇਜਿਆ। ਉਹ ਲਿਖਦਾ ਹੈ ਕਿ ਜਬ ਤੇ ਪ੍ਰਭ ਤੇ ਵਿਛਰੇ, ਠਟਿਓ ਕ੍ਰਿਖੀ ਕੋ ਥਾਟ, ਬ੍ਰਿਖ ਬਨ ਕੀ ਸੰਗਤ ਕਰੀ ਭਏ ਜਾਟ ਕੇ ਜਾਟ। ਕਹਿਣ ਤੋਂ ਭਾਵ ਇਹ ਹੈ ਕਿ ਜਦੋਂ ਤੋਂ ਤੁਹਾਨੂੰ ਛੱਡ ਕੇ ਮੈਂ ਇੱਥੇ ਆਇਆ, ਤੇ ਉਸ ਤੋਂ ਬਾਅਦ ਫਿਰ ਮੈਂ ਆਮ ਜੋ ਕਿਸਾਨੀ ਪਰਿਵਾਰ ਹਨ ਉਹਨਾਂ ਵਾਂਗ ਹੀ ਖੇਤੀਬਾੜੀ ਦਾ ਹੀ ਧੰਦਾ ਕਰ ਰਿਹਾ। ਪਰ ਇਹ ਲਿਖਣ ਦੇ ਬਾਅਦ ਉਹਦੇ ਮਨ ਦੀ ਆਪਣੀ ਟੀਸ ਜਿਹੜੀ ਇਹਦੇ ਚੋਂ ਦਿਸ ਰਹੀ ਹੈ, ਕਿਉਂਕਿ ਉੱਥੇ ਇਹਨੂੰ ਕਾਫੀ ਸਤਿਕਾਰ ਮਿਲਿਆ। ਇਹ ਆਪ ਆਪਣੀ ਇੱਕ ਹੋਰ ਕਿਤਾਬ ਦੇ ਵਿੱਚ ਲਿਖਦਾ ਕਿ ਉੱਥੇ ਮੈਂ ਪ੍ਰਵਾਨ ਚੜਿਆ, ਤਾਂ ਇਹ ਉਹਦੇ ਮਨ ਦਾ ਦਰਦ ਤਾਂ ਦਿਸ ਰਿਹਾ, ਪਰ ਇਹ ਗਿਆ ਨਹੀਂ, ਕਹਿੰਦੇ ਹਨ। ਤੋ ਇਹ ਵਜ਼ੀਰਾਬਾਦ ਵਿੱਚ ਇਹਦੇ ਇੱਕ ਮਿੱਤਰ ਜਗਤ ਰਾਏ ਵੈਦ ਉਹ ਰਹਿੰਦੇ ਸਨ। ਉਹਨਾਂ ਨੇ ਇਹਨੂੰ ਇਨਵੀਟੇਸ਼ਨ ਦੇ ਕੇ ਲਾਹੌਰ ਤੋਂ ਵਜ਼ੀਰਾਬਾਦ ਬੁਲਾਇਆ, ਤੇ ਉਹਨਾਂ ਦੇ ਕਹਿਣ ਉੱਤੇ ਹੀ ਇਹਨਾਂ ਨੇ ਜਿਹੜਾ ਵੈਦਗੀ ਦਾ ਗ੍ਰੰਥ ਟ੍ਰਾਂਸਲੇਟ ਕੀਤਾ ਸੁਖ ਸੈਨ, ਉਹ ਵੀ ਇਹਨਾਂ ਦੇ ਕਹਿਣ ਦੇ ਉੱਤੇ ਹੀ ਕੀਤਾ। ਹੁਣ ਜਿਹੜੀ ਇਹ ਰਚਨਾ ਹੈ, ਆਪਾਂ ਇਹਦੇ ਵੱਲ ਆਈਏ। ਸ੍ਰੀ ਗੁਰਸੋਭਾ,
ਇਹਦੇ ਵਿੱਚ ਆਰੰਭ ਵਿੱਚ ਲਿਖਦਾ ਹੈ ਕਿ ਜਦੋਂ ਇਹਨੇ ਜਦੋਂ ਸ਼ੁਰੂ ਕੀਤੀ ਇਹ ਕਿਤਾਬ, ਉਹਦੇ ਵਿੱਚ ਲਿਖਦਾ ਹੈ ਕਿ ਸੰਮਤ 17 ਸਹਿ ਭਏ ਬਰਖ 58 ਬੀਤ, ਭਾਦਵ ਸੁਦ 15 ਭਈ ਰਚੀ ਕਥਾ ਕਰ ਪ੍ਰੀਤ। ਤੋ ਇਸ ਤੋਂ ਪਤਾ ਲੱਗਦਾ ਹੈ ਕਿ ਇਹਦਾ 1758 ਸੰਮਤ ਭਾਵ 1701 ਈਸਵੀ ਦੇ ਵਿੱਚ ਨਾਲ ਇਸ ਰਚਨਾ ਦਾ ਸੰਬੰਧ ਹੈ। ਇਹ ਲਿਖਦਾ ਹੈ ਕਿ ਭਈ ਰਚੀ ਕਥਾ ਕਰ ਪ੍ਰੀਤ। ਇਸ ਤੋਂ ਪਹਿਲਾ ਤਾਂ ਅਰਥ ਇਹ ਨਿਕਲਦਾ ਹੈ ਕਿ ਸ਼ਾਇਦ ਇਸ ਸਮੇਂ ਤੱਕ ਇਹ ਕਥਾ ਸੰਪੂਰਨ ਹੋ ਚੁੱਕੀ ਸੀ, ਪਰ ਇਹ ਹੋ ਨਹੀਂ ਸਕਦਾ ਕਿਉਂਕਿ ਇਹਦੇ ਅੰਦਰ ਜੋ ਬਿਰਤਾਂਤ ਦਿੱਤੇ ਗਏ ਹਨ ਉਹ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਨ ਦੇ ਸਮੇਂ ਤੱਕ ਦੇ ਦਿੱਤੇ ਗਏ ਹਨ, ਜਿਹੜਾ ਕਿ ਸਮਾਂ 1708 ਦਾ। ਤੋ ਇਸ ਤੋਂ ਇਹ ਸਮਝ ਲੱਗਦੀ ਹੈ ਕਿ ਇਹ ਜੋ ਸਮਾਂ 1701 ਈਸਵੀ ਦਾ ਹੈ ਉਹ ਇਸ ਰਚਨਾ ਨੂੰ ਜ਼ਰੂਰ ਸ਼ੁਰੂ ਕਰਨ ਦਾ ਹੀ ਸਮਾਂ ਮੰਨਿਆ ਜਾ ਸਕਦਾ ਹੈ, ਖਤਮ ਕਰਨ ਦਾ ਨਹੀਂ। ਤੇ ਇਸ ਗੱਲ ਦੀ ਪੁਸ਼ਟੀ ਸਾਨੂੰ ਜਿਹੜੀ ਹੈ ਉਹ ਹੋਰ ਇੱਕ ਥਾਂ ਤੋਂ ਹੋ ਜਾਂਦੀ ਹੈ, ਕਿਉਂਕਿ ਇਹਨਾਂ ਦੇ ਬਾਰੇ ਮਹੰਤ ਸੁਮੇਰ ਸਿੰਘ ਨੇ ਲਿਖਿਆ। ਉਹ ਆਪਣੀ ਪੁਸਤਕ ਦੇ ਵਿੱਚ ਇਹ 1768 ਸੰਮਤ ਭਾਵ ਇਹ ਹੈ ਕਿ 1711 ਸਨ ਤੱਕ ਇਹਦੀ ਸੰਪੂਰਨਤਾ ਹੋਈ ਲਿਖਦੇ ਹਨ। ਤੇ ਹੁਣ ਤੱਕ ਜਿੰਨੇ ਵਿਦਵਾਨ ਹਨ ਇਹਦੇ ਬਾਰੇ, ਜਿਨ੍ਹਾਂ ਨੇ ਵੀ ਇਹਦੇ ਬਾਰੇ ਲਿਖਿਆ, ਚਾਹੇ ਭਾਈ ਕਾਹਨ ਸਿੰਘ ਨੇ ਜਾਂ ਹੋਰ ਵਿਦਵਾਨਾਂ ਜਿਨ੍ਹਾਂ ਦਾ ਆਪਾਂ ਜ਼ਿਕਰ ਕੀਤਾ, ਉਹ ਸਾਰਿਆਂ ਨੇ 1711 ਈਸਵੀ ਨੂੰ ਹੀ ਇਹਦੇ ਪੂਰੇ ਹੋਣ ਦਾ ਸਮਾਂ ਮੰਨਿਆ। ਤੋ ਫਿਰ ਇਸ ਰਚਨਾ ਦਾ ਜਿਹੜਾ ਲਿਖਣ ਦਾ ਕਾਲ ਹੈ ਉਹ ਸਨ 1701 ਤੋਂ 1711 ਤੱਕ ਦਾ ਹੈ, ਜਿਹਦੇ ਵਿੱਚੋਂ ਅਸੀਂ ਕਹਿ ਸਕਦੇ ਹਾਂ ਕਿ 1701 ਵਿੱਚ ਇਹਨੇ ਸ਼ੁਰੂ ਕੀਤੀ ਹੋਏਗੀ ਅਨੰਦਪੁਰ ਸਾਹਿਬ ਦੇ ਵਿੱਚ। ਉਸ ਤੋਂ ਬਾਅਦ ਸਾਲ, 2 ਸਾਲ, 3 ਸਾਲ, ਕਿੰਨਾ ਸਮਾਂ ਅਨੰਦਪੁਰ ਸਾਹਿਬ ਰਿਹਾ ਉਹ ਸਾਨੂੰ ਪਤਾ ਨਹੀਂ, ਪਰ ਇਹਨੇ ਜਿਸ ਤਰੀਕੇ ਦੇ ਨਾਲ ਖਾਲਸਾ ਸਾਜਨ ਦੀ ਗੱਲ ਲਿਖੀ ਹੈ ਉਸ ਤੋਂ ਅਸੀਂ ਇਹ ਨਿਸ਼ਚੈ ਨਾਲ ਕਹਿ ਸਕਦੇ ਹਾਂ ਕਿ ਜ਼ਰੂਰ ਉਹਦਾ ਚਸ਼ਮਦੀਦ ਗਵਾਹ ਰਿਹਾ ਹੋਏਗਾ, ਕਿਉਂਕਿ ਜਿੰਨੇ ਕੌਨਫੀਡੈਂਸ ਨਾਲ ਇਹਨੇ ਸਾਰਾ ਕੁਝ ਲਿਖਿਆ। ਹਾਲਾਂਕਿ ਇਹਦੇ ਸਟਾਈਲ ਵਿੱਚ ਇਹਨੇ ਬਿਲਕੁਲ ਨਹੀਂ ਲਿਖਿਆ ਕਿ ਮੈਂ ਅੱਖੀ ਦੇਖਿਆ ਜਾਂ ਕੀ ਕੀਤਾ, ਇਹ ਸਿੰਪਲੀ ਉਹਨੂੰ ਡਿਸਕ੍ਰਾਈਬ ਕਰਦਾ ਜਿਵੇਂ ਹਿਸਟੋਰੀਅਨਸ ਕਰਦੇ ਹੁੰਦੇ ਨੇ। ਤੋ ਇਹ ਸਮਾਂ ਜਿਹੜਾ 1701 ਤੋਂ 1711 ਤੱਕ ਦਾ ਹੈ, ਇਹਨੂੰ ਅਸੀਂ ਗੁਰੂ ਸਾਹਿਬ ਦੇ ਸਮਕਾਲੀ ਕਵੀ ਦੇ ਤੌਰ ਦੇ ਉੱਤੇ ਇਹਨੂੰ ਲੈਂਦੇ ਹਾਂ। ਔਰ ਜੇ ਦੇਖਿਆ ਜਾਵੇ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਜੀਵਨ ਦੇ ਬਾਰੇ ਇਹ ਸਭ ਤੋਂ ਪਹਿਲੀ ਰਚਨਾ ਹੈ ਜਿਹਦੇ ਵਿੱਚ ਸਾਨੂੰ ਕੁਝ ਕੁ ਵਿਸਥਾਰ ਮਿਲਦਾ ਹੈ। ਦੂਜੀ ਜਿਹੜੀ ਰਚਨਾ ਜਿਹਦੇ ਵਿੱਚ ਭਾਵੇਂ ਉਹ ਅਧੂਰੀ ਹੈ, ਕਿਉਂਕਿ ਇਹ ਤਕਰੀਬਨ ਅਸੀਂ ਕਹੀਏ ਕਿ ਆਪਣਾ 1690-92 ਤੱਕ ਹੀ ਉਹਦੇ ਵਿੱਚ ਸਾਨੂੰ ਵਿਸਥਾਰ ਮਿਲਦਾ ਹੈ, ਜਿਹਦੇ ਬਾਰੇ ਮੈਂ ਗੱਲ ਬਚਿੱਤਰ ਨਾਟਕ ਦੀ ਕਰ ਰਿਹਾ, ਜਿਹਨੂੰ ਕਈ ਸੱਜਣ ਤਾਂ ਗੁਰੂ ਸਾਹਿਬ ਦੀ ਆਪਣੀ ਸਵੈ ਜੀਵਨੀ ਮੰਨਦੇ ਹਨ, ਪਰ ਜੇ ਉਹ ਸਵੈ ਜੀਵਨੀ ਨਾ ਹੋ ਕੇ ਕਿਸੇ ਕਵੀ ਵੱਲੋਂ ਵੀ ਕੀਤੀ ਗਈ ਰਚਨਾ ਹੋਵੇ, ਉਹਨੂੰ ਕਾਫੀ ਅਥੈਂਟੀਕੇਟਡ ਸਾਡੇ ਰੈਫਰੈਂਸ ਦੇ ਤੌਰ ਦੇ ਉੱਤੇ ਸਾਰੇ ਹੀ ਇਸ ਤੋਂ ਬਾਅਦ ਆਉਣ ਵਾਲੇ ਇਤਿਹਾਸਕਾਰਾਂ ਨੇ ਉਹਦੀ ਕਾਫੀ ਮਦਦ ਲਈ ਹੈ, ਉਹਨੂੰ ਅਥੈਂਟੀਕੇਟਡ ਮੰਨ ਕੇ। ਤੋ ਅੱਜ ਵੀ ਬਹੁਤ ਸਾਰੇ ਵਿਦਵਾਨ ਸਾਨੂੰ ਉਹਨੂੰ ਆਧਾਰ ਬਣਾ ਕੇ ਬਹੁਤ ਕੁਝ ਲਿਖਦੇ ਸਾਨੂੰ ਮਿਲ ਜਾਂਦੇ ਹਨ, ਤੇ ਉਦੋਂ ਵੀ ਪੁਰਾਣੇ ਵਿਦਵਾਨਾਂ ਨੇ ਵੀ ਇਸੇ ਤਰ੍ਹਾਂ ਹੀ ਕੀਤਾ। ਤੋ ਉਹ ਇੱਕ ਰਚਨਾ ਜਿਹਦੇ ਵਿੱਚ ਅੰਮ੍ਰਿਤ ਛਕਣ ਤੋਂ 5-7 ਸਾਲ ਪਹਿਲਾਂ ਤੱਕ ਦੇ ਬਿਰਤਾਂਤ ਹਨ। ਹੁਸੈਨੀ ਯੁੱਧ ਵੀ ਹੈ ਤੇ ਹੋਰ ਵੀ ਜਿਹੜੇ ਕਈ ਯੁੱਧ ਉਹਦੇ ਵਿੱਚ ਆਉਂਦੇ ਹਨ, ਭੰਗਾਣੀ ਦਾ ਯੁੱਧ ਵੀ ਹੈ, ਨਦੌਣ ਵੀ ਹੈ, ਹੁਸੈਨੀ ਯੁੱਧ ਵੀ ਹੈ। ਉਸ ਤੋਂ ਬਾਅਦ ਦਾ ਵਿਸਤਾਰ ਸਾਨੂੰ ਬਹੁਤਾ ਕੁਝ ਉਹਦੇ ਵਿੱਚ ਨਹੀਂ ਮਿਲਦਾ, ਪਰ ਇਹ ਜਿਹੜੀ ਸਾਡੇ ਕੋਲ ਪੁਸਤਕ ਹੈ ਇਹਦੇ ਵਿੱਚ ਪਾਉਂਟਾ ਸਾਹਿਬ ਦੇ ਵਿੱਚ ਭਾਵ 1686 ਤੋਂ ਲੈ ਕੇ ਤੇ 1708 ਤੱਕ ਸੈਨਾਪਤ ਨੇ ਸਾਨੂੰ ਕਈ ਬਿਰਤਾਂਤ ਇਹਦੇ ਵਿੱਚ ਦੱਸੇ। ਤੋ ਇਹ ਇੱਕੋ ਇੱਕ ਰਚਨਾ ਅਸੀਂ ਕਵੀਆਂ ਦੀ ਲਿਖੀ ਹੋਈ ਸਮਕਾਲੀ ਰਚਨਾ ਮੰਨ ਸਕਦੇ ਹਾਂ। ਤੋ ਇਹ ਦਰਬਾਰੀ ਕਵੀ ਦੀ ਰਚਨਾ ਸੀ। ਤੋ ਇਸ ਤੋਂ ਗੱਲ ਸਪਸ਼ਟ ਹੈ ਕਿ ਉਹ ਗੁਰੂ ਸਾਹਿਬ ਦੇ ਵਿਅਕਤੀਤਵ, ਉਹਨਾਂ ਦੀ ਸ਼ਖਸੀਅਤ ਤੋਂ ਇਹ ਚੰਗੀ ਤਰ੍ਹਾਂ ਵਾਕਫ ਸੀ, ਅੱਖੀਂ ਦੇਖਿਆ ਸੀ, ਉਹਨਾਂ ਦੇ ਸਾਥ ਦਾ, ਉਹਨਾਂ ਦੀ ਸੰਗਤ ਦਾ ਨਿੱਘ ਮਾਣਿਆ ਸੀ। ਤੋ ਇਹਨੇ ਬਹੁਤ ਕੁਝ ਅੱਖੀਂ ਦੇਖਿਆ ਲਿਖਿਆ ਹੈ। ਤੇ ਫਿਰ ਜਦੋਂ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਹੈ ਛੱਡ ਕੇ ਆ ਗਿਆ ਸੀ, ਤਾਂ ਫਿਰ ਅਸੀਂ ਇਹ ਵੀ ਅੰਦਾਜ਼ਾ ਲਗਾ ਸਕਦੇ ਹਾਂ ਕਿ ਉਸ ਤੋਂ ਬਾਅਦ ਦੇ ਜਿਹੜੇ ਹਾਲਾਤ ਇਹਨੇ ਲਿਖੇ ਹਨ ਉਹ ਇਹਨੇ ਆਪਣੇ ਤੌਰ ਦੇ ਉੱਤੇ ਪਤਾ ਕਰਕੇ ਤੇ ਫਿਰ ਲਿਖੇ ਹਨ। ਔਰ ਇਹ ਇੱਕ ਸੁਭਾਵਿਕ ਜਿਹੀ ਗੱਲ ਹੈ, ਕਿਉਂਕਿ ਇਹ ਕਾਫੀ ਸਮਾਂ 14-15 ਸਾਲ ਦਾ ਵਿਦਵਾਨ ਕਹਿੰਦੇ ਹਨ ਇਹ ਗੁਰੂ ਦਰਬਾਰ ਦੇ ਵਿੱਚ ਹੀ ਰਿਹਾ ਸੀ, ਉੱਥੋਂ ਦੇ ਕਵੀਆਂ ਦੇ ਨਾਲ ਦਰਬਾਰੀ ਕਵੀ ਸੀ,
ਤੇ ਇਹਦੇ ਦਰਬਾਰ ਦੇ ਵਿੱਚ ਹੋਰ ਸਿੱਖਾਂ ਨਾਲ ਵੀ ਚੰਗੇ ਸੰਬੰਧ ਨਿਸ਼ਚਿਤ ਤੌਰ ਤੇ ਹੀ ਰਹੇ ਹੋਣਗੇ। ਤੋ ਇਹਦੇ ਕੋਲ ਗੁਰੂ ਸਾਹਿਬ ਦੇ ਜੀਵਨ ਦੇ ਹਾਲਾਤ ਕਰਨ ਦੇ ਕਾਫੀ ਸਾਰੇ ਭਰੋਸੇਯੋਗ ਸੂਤਰ ਮੌਜੂਦ ਹੋਣੇ ਬਿਲਕੁਲ ਸੁਭਾਵਿਕ ਗੱਲ ਹੈ। ਤੋ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਕੁਝ ਘਟਨਾਵਾਂ ਇਹਨੇ ਅੱਖੀਂ ਦੇਖੀਆਂ ਲਿਖੀਆਂ ਹਨ, ਤੇ ਕੁਝ ਘਟਨਾਵਾਂ ਇਹਨੇ ਆਪਣੇ ਸੰਗੀ ਸਾਥੀਆਂ ਮਿੱਤਰਾਂ ਬੇਲੀਆਂ ਤੋਂ ਪੁੱਛ ਕੇ ਉਹਨਾਂ ਦੀ ਪੁਣਛਾਣ ਕਰਕੇ ਲਿਖੀਆਂ ਜਾਪਦੀਆਂ ਹਨ। ਤੇ ਉਹਨਾਂ ਦੇ ਆਧਾਰ ਉੱਤੇ ਇਹਨੇ ਕਾਫੀ ਕੁਝ ਲਿਖਿਆ ਹੈ। ਆਪ ਜੀ ਦੇ ਜੀਵਨ ਦੇ ਬਾਰੇ ਜੋਤੀ ਜੋਤ ਸਮਾਉਣ ਤੱਕ ਦੀਆਂ ਘਟਨਾਵਾਂ ਵੀ ਕਾਫੀ ਇਹਦੇ ਚ ਲਿਖਦਾ ਹੈ, ਔਰ ਕਾਫੀ ਆਥੈਂਟਿਕੇਟਡ ਵੇ ਦੇ ਵਿੱਚ ਕਾਫੀ ਘਟਨਾਵਾਂ ਉਹਦੇ ਚੋਂ ਸਾਨੂੰ ਮਿਲ ਜਾਂਦੀਆਂ। ਹੁਣ ਜੇ ਅਸੀਂ ਇਸ ਪੁਸਤਕ ਦੇ ਵਿਸ਼ੇ ਵੱਲ ਆਈਏ, ਲਿਖਣ ਦੀ ਗੱਲ ਹੋ ਗਈ ਤੇ ਕਦੋਂ ਲਿਖਿਆ ਗਿਆ ਇਹਦੇ ਨਾਲ ਸਾਨੂੰ ਕਾਫੀ ਕੁਝ ਸਪਸ਼ਟ ਹੋ ਜਾਂਦਾ ਹੈ। ਪਰ ਇੱਥੇ ਸਾਨੂੰ ਇਹਦੇ ਵਿਸ਼ਾ ਕੀ ਹੈ ਕਿਤਾਬ ਦਾ, ਉਹ ਸਾਨੂੰ ਜ਼ਰੂਰ ਸਮਝਣਾ ਜ਼ਰੂਰੀ ਹੈ। ਜਿਵੇਂ ਕਿ ਇਹਦਾ ਨਾਮ ਹੀ ਸਾਨੂੰ ਕਈ ਕੁਝ ਦੱਸ ਰਿਹਾ ਹੈ ਕਿ ਇਹ ਸ੍ਰੀ ਗੁਰਸੋਭਾ ਦਾ ਨਾਮ ਜਿਹੜਾ ਹੈ ਇਹ ਕਵੀ ਨੇ ਰੱਖਿਆ ਹੈ। ਇਹ ਗੁਰੂ ਜੀ ਦੀ ਸ਼ੋਭਾ ਕਰਨ ਦੇ ਵਾਸਤੇ, ਗੁਰੂ ਜੀ ਦੀ ਉਪਮਾ ਕਰਨ ਦੇ ਵਾਸਤੇ, ਗੁਰੂ ਜੀ ਦੇ ਗੁਣ ਬਿਆਨਣ ਵਾਸਤੇ ਇਹ ਗ੍ਰੰਥ ਲਿਖਿਆ ਗਿਆ ਹੈ। ਤੋ ਉਹਦੇ ਚ ਗੁਰੂ ਸਾਹਿਬ ਦੀ ਸ਼ਖਸੀਅਤ ਦੇ ਜਿਹੜੇ ਵਿਸ਼ੇਸ਼ ਗੁਣ ਕਵੀ ਨੂੰ ਲੱਗਦੇ ਹਨ, ਜਿਵੇਂ ਕਿ ਉਹਨਾਂ ਦਾ ਮਨ ਬੜਾ ਨਿਰਵੈਰ ਸੀ, ਕਾਫੀ ਸੂਰਬੀਰ ਸਨ, ਸੈਨਿਕ ਤੌਰ ਦੇ ਉੱਤੇ, ਜਰਨੈਲ ਦੇ ਤੌਰ ਤੇ ਉਹ ਬੜੇ ਨਿਪੁੰਨ ਸਨ। ਇਹ ਗੁਣਾਂ ਦਾ ਉਹ ਬਾਰ-ਬਾਰ ਜ਼ਿਕਰ ਕਰਦਾ ਹੈ, ਵੀਰਤਾ ਦਾ ਜ਼ਿਕਰ ਬਾਰ-ਬਾਰ ਕਰਦਾ ਹੈ। ਤੇ ਫਿਰ ਉਹ ਖਾਲਸੇ ਦੀ ਸਾਜਨਾ ਸੰਬੰਧੀ ਸਾਨੂੰ ਕਾਫੀ ਵਿਸਥਾਰ ਦੇ ਵਿੱਚ ਦੱਸਦਾ ਹੈ। ਉਹਦੇ ਵਿੱਚ ਉਹ ਦੱਸਦਾ ਹੈ ਕਿ ਬਹੁਤ ਵੱਡਾ ਕਾਰਨ ਜਿਹੜਾ ਉਹ ਇਹ ਇੱਕ ਪ੍ਰੋਸੈਸ ਦੇ ਤੌਰ ਤੇ ਸਾਡੇ ਸਾਹਮਣੇ ਰੱਖਦਾ ਹੈ ਕਿ ਖਾਲਸੇ ਦੀ ਸਾਜਨਾ ਸਾਜਣ ਤੋਂ ਪਹਿਲੇ ਸਾਨੂੰ ਜੋ ਸੰਗਤ ਨੂੰ ਪਹਿਲੇ ਗੁਰੂ ਸਾਹਿਬਾਨ ਨੇ ਮਸੰਦਾਂ ਦੇ ਲੜ ਲਾਇਆ ਸੀ, ਉਹਨਾਂ ਤੋਂ ਮੁਕਤ ਕਰਨਾ ਬੜਾ ਜ਼ਰੂਰੀ ਸੀ। ਕਿਉਂਕਿ ਖਾਲਸਾ ਦਾ ਤਾਂ ਅਰਥ ਹੀ ਹੈ ਕਿ ਜਿਨ੍ਹਾਂ ਦਾ ਗੁਰੂ ਦੇ ਨਾਲ ਸਿੱਧਾ ਨਾਤਾ ਹੋਵੇ। ਕਿਉਂਕਿ ਅਸੀਂ ਜਿਵੇਂ ਜਾਣਦੇ ਹਾਂ ਖਾਲਸਾ ਲਫ਼ਜ਼ ਜਿਹੜਾ ਹੈ ਇਹ ਇੱਕ ਫਾਰਸੀ ਦਾ ਸ਼ਬਦ ਹੈ, ਜਿਹਦਾ ਅਰਥ ਇਸ ਸੈਂਸ ਵਿੱਚ ਲਿਆ ਜਾਂਦਾ ਹੈ ਕਿ ਜਿਹੜੇ ਇਲਾਕੇ, ਜਿਹੜੀਆਂ ਥਾਵਾਂ, ਜਿਹੜੀ ਜ਼ਮੀਨ ਬਾਦਸ਼ਾਹ ਦੇ ਡਾਇਰੈਕਟਲੀ ਉਹਦੇ ਅੰਡਰ ਹੁੰਦੀ ਸੀ, ਭਾਵ ਕਿਸੇ ਜ਼ਗੀਰਦਾਰ ਦੇ ਥਰੂ ਉਹਦਾ ਹਿੱਸਾ, ਰਾਜ ਦਾ ਹਿੱਸਾ ਨਹੀਂ ਸੀ ਹੁੰਦੀ, ਪਰ ਉੱਥੇ ਉਹਦੀ ਆਪਣੀ ਐਡਮਿਨਿਸਟ੍ਰੇਸ਼ਨ ਹੁੰਦੀ ਸੀ ਜਾਂ ਉਹਦਾ ਸਿੱਧਾ ਨਾਤਾ ਹੁੰਦਾ ਸੀ ਬਾਦਸ਼ਾਹ ਦੇ ਨਾਲ, ਡਾਇਰੈਕਟਲੀ ਰੂਲਡ ਅਸੀਂ ਕਹਿ ਸਕਦੇ ਹਾਂ। ਤੋ ਉਸ ਸੈਂਸ ਦੇ ਵਿੱਚ ਇਹਦਾ ਅਰਥ ਬਣਦਾ ਹੈ ਜਿਹਦਾ ਸਿੱਧਾ ਸੰਬੰਧ ਹੋਵੇ ਗੁਰੂ ਦੇ ਨਾਲ। ਭਾਈ ਗੁਰਦਾਸ ਦੂਜੇ ਨੇ ਵੀ ਲਿਖਿਆ ਨਾ, ਗੁਰਸੰਗਤ ਕੀਨੀ ਖਾਲਸਾ, ਤਾਂ ਉਹਦਾ ਵੀ ਅਰਥ ਇਹੀ ਹੈ ਕਿ ਸਿੱਧਾ ਕਨੈਕਟ ਕਰ ਲਿਆ ਗੁਰੂ ਨੇ ਆਪਣੇ ਨਾਲ, ਹੁਣ ਵਿਚੋਲਾ ਕੋਈ, ਮਨਮੁਖੀ ਦੋਹੇਲਾ। ਤੇ ਜਿਹੜੇ ਉਹਨਾਂ ਦੇ ਥਰੂ ਆਉਂਦੇ ਹਨ ਗੁਰੂ ਦੇ ਕੋਲ, ਉਹਨਾਂ ਨੇ ਕਿਹਾ ਕਿ ਮਨਮੁਖੀ ਦੋਹੇਲਾ। ਇਹ ਭਾਈ ਗੁਰਦਾਸ ਜੀ ਦੀ ਵਰਡਿੰਗ ਹੈ, ਸਤਿਗੁਰੂ ਜੀ ਦੀ ਨਹੀਂ ਹੈ। ਤੇ ਖਾਲਸਾ ਸਾਜਨ ਦੇ ਪਿੱਛੇ ਇੱਕ ਸਿੱਧਾ ਮਨੋਰਥ ਸੀ ਕਿ ਹੁਣ ਤੁਹਾਡਾ ਨਾਤਾ ਗੁਰੂ ਨਾਲ, ਜਾਂ ਇਉਂ ਕਹਿ ਲਈਏ ਕਿ ਅਕਾਲ ਪੁਰਖ ਨਾਲ ਹੁਣ ਤੁਹਾਡਾ ਸਿੱਧਾ ਖਾਲਸਾ। ਕਿਉਂਕਿ ਸਤਿਗੁਰੂ ਜੀ ਨੇ ਅੰਮ੍ਰਿਤ ਛਕਾਉਣ ਲੱਗਿਆ ਸਾਨੂੰ ਕਿਹਾ ਕਿ ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਤਾਂ ਇਹ ਖਾਲਸਾ ਗੁਰੂ ਦੇ ਰਾਹੀਂ ਅਕਾਲ ਪੁਰਖ ਦਾ, ਤੇ ਅਲਟੀਮੇਟਲੀ ਇਹ ਸਿੱਧਾ ਨਾਤਾ ਜਿਹੜਾ ਹੈ ਅਕਾਲ ਪੁਰਖ ਨਾਲ ਖਾਲਸੇ ਦਾ ਜੋੜਨਾ ਸੀ। ਤੋ ਇਸ ਕਰਕੇ ਗੁਰੂ ਸਾਹਿਬ ਨੇ ਉਸ ਤੋਂ ਪਹਿਲਾਂ ਜਿੰਨੇ ਸਾਡੇ ਮਸੰਦ ਸਨ ਉਹਨਾਂ ਨੂੰ ਵਿੱਚੋਂ ਕੱਢਿਆ। ਇਹ ਉਹਨਾਂ ਦੀ ਦੂਰ ਦ੍ਰਿਸ਼ਟੀ ਸੀ, ਕਿਉਂਕਿ ਗੁਰੂ ਸਾਹਿਬ ਦਾ ਜਿਹੜੀ ਲੌਂਗ ਟਰਮ ਪਲਾਨ ਸੀ ਉਹ ਖਾਲਸੇ ਨੂੰ ਗੁਰਿਆਈ ਦੇਣ ਦੀ, ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇਣ ਦੀ ਸੀ। ਤਾਂ ਇਹ ਇੱਕ ਜ਼ਰੂਰੀ ਕਦਮ ਸੀ। ਇਹ ਸਾਨੂੰ ਸੈਨਾਪਤੀ ਬਾਰ-ਬਾਰ ਸਟ੍ਰੈਸ ਅਪਾਨ ਕਰਦਾ ਕਿ ਮਸੰਦਾਂ ਤੋਂ ਸਾਡਾ ਛੁਟਕਾਰਾ ਕਰਾ ਲਿਆ। ਫਿਰ ਖਾਲਸੇ ਦੀ ਰਹਿਤ ਬਾਰੇ, ਖਾਲਸੇ ਦੇ ਗੁਣ ਕੀ ਸਨ, ਖਾਲਸੇ ਦਾ ਤੇਜ ਪ੍ਰਤਾਪ, ਖਾਲਸੇ ਦੀ ਉਪਮਾ ਸ਼ੋਭਾ, ਇਹ ਸਾਰੀਆਂ ਗੱਲਾਂ ਬਹੁਤ ਵਿਸਥਾਰ ਨਾਲ ਲਿਖਦਾ। ਬਲਕਿ ਜੇ ਅਸੀਂ ਇਹ ਕਹਿ ਲਈਏ ਕਿ ਉਹ ਇਹ ਗੱਲਾਂ ਲਿਖਣ ਲੱਗਾ ਤੇ ਇਉਂ ਖੁੱਭ ਜਾਂਦਾ ਹੈ ਕਿ ਉਹਨੂੰ ਹੋਰ ਗੱਲਾਂ ਚੇਤੇ ਹੀ ਨਹੀਂ ਰਹਿੰਦੀਆਂ। ਉਹ ਇਹ ਚੀਜ਼ਾਂ ਦੇ ਬਾਰੇ ਬਹੁਤ ਖੁੱਲ੍ਹ ਕੇ ਬਿਆਨ ਕਰਦਾ। ਤੋ ਡਾਕਟਰ ਗੰਡਾ ਸਿੰਘ ਨੇ ਲਿਖਿਆ ਹੈ ਕਿ 934 ਛੰਦ ਕੁੱਲ ਪੁਸਤਕ ਦੇ ਵਿੱਚ ਹਨ, ਜਿਹਦੇ ਚੋਂ 351 ਛੰਦ ਜਿਹੜੇ ਹਨ ਉਹ ਸਿਰਫ ਦਸਮ ਪਾਤਸ਼ਾਹ ਦੀ ਉਪਮਾ ਤੇ ਖਾਲਸੇ ਦੀ ਉਪਮਾ, ਖਾਲਸੇ ਦੀ ਵਿਆਖਿਆ ਉੱਤੇ ਹੀ ਉਹਨੇ ਖਰਚ ਕੀਤੇ ਹਨ। ਤੇ ਉਹ ਕਹਿ ਲਈਏ ਕਿ ਤੀਜੇ ਹਿੱਸੇ ਤੋਂ ਵੀ ਵੱਧ ਐਸਾ ਹਿੱਸਾ ਹੈ ਜਿਹਦੇ ਵਿੱਚ ਕੇਵਲ ਇਹੀ ਚੀਜ਼ ਹੈ। ਤੇ ਫਿਰ ਜਿਹੜੇ ਪੰਨੇ ਹਨ ਇਹਦੇ ਪਬਲਿਸ਼ ਕੀਤੇ ਹੋਏ, ਉਹ 124 ਪੰਨੇ ਬਣਦੇ ਹਨ, ਉਹਦੇ ਵਿੱਚੋਂ 49 ਪੰਨੇ, ਇਹ ਵੀ ਤੀਜੇ ਹਿੱਸੇ ਤੋਂ ਵੱਧ ਜਿਹੜਾ ਹਿੱਸਾ ਬਣ ਜਾਂਦਾ ਹੈ।
ਇਹ ਕੇਵਲ ਇਸੇ ਕੰਮ ਉੱਤੇ ਹੀ ਉਹਨੇ ਖਰਚ ਕੀਤੇ ਹਨ। ਤੇ ਇਹ ਨਹੀਂ ਕਿ ਇੱਥੇ ਹੀ ਬਸ ਕਰ ਦਿੱਤੀ ਆ, ਬਾਕੀ ਵੀ ਜਿਹੜੇ ਸਫ਼ੇ ਹਨ, ਬਾਕੀ ਵੀ ਛੰਦ, ਉਹਨਾਂ ਵਿੱਚ ਵੀ ਥਾਂ ਪਰ ਥਾਂ ਇੱਕ ਇੱਕ ਦੋ ਦੋ ਛੰਦ ਲਿਖ ਕੇ ਗੁਰੂ ਸਾਹਿਬ ਦੀ ਬੜੀ ਉਪਮਾ ਕਰਦਾ ਹੈ ਔਰ ਖਾਲਸੇ ਦੀ ਬੜੀ ਉਪਮਾ ਕਰਦਾ ਹੈ। ਤਾਂ ਉਹਦਾ ਜੋ ਮੁੱਖ ਮੰਤਵ ਜਿਹੜਾ ਹੈ, ਉਹਨੇ ਬਿਲਕੁਲ ਠੀਕ ਨਾਮ ਰੱਖਿਆ, ਸ੍ਰੀ ਗੁਰਸੋਭਾ। ਉਹ ਗੁਰੂ ਸਾਹਿਬ ਦੀ ਸ਼ੋਭਾ ਕਰਨ ਲਈ ਹੀ ਉਹਨੇ ਇਹ ਗ੍ਰੰਥ ਲਿਖਿਆ। ਹਾਂ, ਇਹ ਸ਼ੋਭਾ ਕਰਦਿਆਂ ਹੋਇਆਂ ਉਹਨੇ ਸਾਨੂੰ ਇਤਿਹਾਸ ਬਾਰੇ ਵੀ ਬੜੇ ਵੱਡਮੁੱਲੀ ਜਾਣਕਾਰੀ ਦਿੱਤੀ ਹੈ। ਪਰ ਉਹਦਾ ਜਿਹੜਾ ਫੋਕਸ ਸੀ, ਉਹਦਾ ਜਿਹੜਾ ਇਸ ਪੁਸਤਕ ਨੂੰ ਲਿਖਣ ਦਾ ਮੰਤਵ ਸੀ, ਉਹ ਗੁਰੂ ਸਾਹਿਬ ਦੀ ਸ਼ੋਭਾ ਕਰਨਾ ਸੀ। ਉਹਦੇ ਵਾਸਤੇ ਇਤਿਹਾਸ ਦੀ ਲੋੜ ਉਹਨੂੰ ਪਈ ਜਿੱਥੇ ਉਹਨੇ ਲਿਖਿਆ, ਪਰ ਇਤਿਹਾਸ ਲਿਖਣਾ ਉਹਦਾ ਮੰਤਵ ਨਹੀਂ ਸੀ। ਇਹ ਸਾਨੂੰ ਸਮਝ ਲੈਣਾ ਚਾਹੀਦਾ ਹੈ, ਤਾਂ ਫਿਰ ਸਾਨੂੰ ਇਸ ਕਿਤਾਬ ਦੀ ਸਮਝ ਈਜ਼ੀਲੀ ਆ ਜਾਏ। ਹੁਣ ਇਹਦੇ ਵਿੱਚ ਦੂਜੀ ਗੱਲ ਜਿਹੜੀ ਸਾਨੂੰ ਸਮਝ ਆਉਂਦੀ ਹੈ ਕਿ ਕੁਝ ਚੀਜ਼ਾਂ ਜਿਹੜਾ ਇੱਕ ਸਪਸ਼ਟ ਸਾਨੂੰ ਦਿਖਦੀ ਹੈ ਕਿ ਜਿਹੜੀਆਂ ਚੀਜ਼ਾਂ ਬਚਿੱਤਰ ਨਾਟਕ ਦੇ ਵਿੱਚ ਕਾਫੀ ਵਿਸਥਾਰ ਨਾਲ ਲਿਖੀਆਂ ਹੋਈਆਂ, ਉਹਨਾਂ ਬਾਰੇ ਵਿਸਥਾਰ ਬਹੁਤ ਘੱਟ। ਜਿਹੜੀਆਂ ਪੁਰਾਣੀਆਂ ਘਟਨਾਵਾਂ ਜਿਨ੍ਹਾਂ ਦਾ ਪੀਰੀਅਡ ਬਚਿੱਤਰ ਨਾਟਕ ਵਾਲਾ ਸੀ, ਉਹਨਾਂ ਦੇ ਬਾਰੇ ਕਾਫੀ ਸੰਖੇਪ ਵਿੱਚ ਕਰਦਾ, ਬਿਆਨ ਕਰਦਾ। ਚਾਹੇ ਉਹ ਭੰਗਾਣੀ ਦਾ ਯੁੱਧ ਹੋਵੇ, ਚਾਹੇ ਨਦੌਣ ਦਾ, ਚਾਹੇ ਹੁਸੈਨੀ ਯੁੱਧ ਹੋਵੇ। ਹੁਸੈਨੀ ਯੁੱਧ ਤਾਂ 2-3 ਦੋਹਰਿਆਂ ਦੇ ਵਿੱਚ ਹੀ ਉਹਨੂੰ ਬਿਆਨ ਕਰਕੇ ਖਤਮ ਕਰ ਦਿੰਦਾ ਹੈ। ਸ਼ਾਇਦ ਉਹਦਾ ਇਹ ਸੀ ਕਿ ਵੀ ਇਹ ਚੀਜ਼ਾਂ ਤਾਂ ਸਾਰਿਆਂ ਨੂੰ ਪਤਾ ਹੀ ਹਨ, ਤਾਂ ਉਹਨੂੰ ਦੁਬਾਰਾ ਲਿਖਣ ਦੀ ਲੋੜ ਨਹੀਂ ਹੈ। ਜਿਹੜੇ ਵਾਕਿਆ ਬਚਿੱਤਰ ਨਾਟਕ ਵਿੱਚ ਮਿਲਦੇ ਹਨ, ਉਹਨਾਂ ਦੇ ਬਾਰੇ ਕੇਵਲ ਜ਼ਿਕਰ ਹੀ ਕਰਦਾ, ਬਹੁਤਾ ਵਿਸਥਾਰ ਨਹੀਂ ਦਿੰਦਾ। ਫਿਰ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਇਹਨੇ ਅੱਖੀ ਨਹੀਂ ਸੀ ਦੇਖੀਆਂ, ਉਹਨਾਂ ਦੇ ਬਾਰੇ ਜਾਂ ਤਾਂ ਇਹਨੂੰ ਕੋਈ ਬਹੁਤ ਸਿੱਕੇਬੰਦ ਸੂਚਨਾ ਮਿਲੀ ਨਹੀਂ, ਜਾਂ ਉਹਨੇ ਲੋੜ ਨਹੀਂ ਸਮਝੀ। ਜਿਵੇਂ ਉਦਾਹਰਨ ਦੇ ਤੌਰ ਦੇ ਉੱਤੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ, ਜਿਹੜਾ ਮਾਧੋਦਾਸ ਬੈਰਾਗੀ ਨਾਲ ਸਤਿਗੁਰੂ ਜੀ ਦੀ ਜੋ ਮੁਲਾਕਾਤ ਹੋਈ ਹੈ, ਉਹਦੇ ਬਾਰੇ ਇਹਨੇ ਕੁਝ ਨਹੀਂ ਲਿਖਿਆ, ਇੱਕ ਲਫ਼ਜ਼ ਵੀ ਨਹੀਂ ਲਿਖਿਆ। ਸ਼ਾਇਦ ਉਹਨੂੰ ਇਉਂ ਜਾਪਿਆ ਹੋਵੇਗਾ ਕਿ ਉਹਨੂੰ ਪੂਰੀ ਆਥੈਂਟਿਕ ਇਨਫੋਰਮੇਸ਼ਨ ਨਹੀਂ ਹੈ, ਕਿਉਂਕਿ ਜੇ 1711 ਵਿੱਚ ਸਮਾਪਤੀ ਕਰਦਾ ਤਾਂ ਉਦੋਂ ਤੱਕ ਤੇ ਬਾਬਾ ਬੰਦਾ ਸਿੰਘ ਬਹਾਦਰ ਸਰਹੰਦ ਫਤਿਹ ਕਰ ਚੁੱਕਾ ਸੀ, ਤਾਂ ਇਹਨੂੰ ਇਗਨੋਰ ਕਰਨਾ ਬੜੀ ਇੱਕ ਹੈਰਾਨੀ ਵਾਲੀ ਗੱਲ ਸਾਨੂੰ ਲੱਗਦੀ ਹੈ। ਤੇ ਜਾਂ ਉਹਦੀ ਸੋਚ ਇਹ ਸੀ ਕਿ ਮੈਂ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀ ਸ਼ੋਭਾ ਕਰਨ ਲਈ ਇਹ ਗ੍ਰੰਥ ਲਿਖਿਆ, ਤੇ ਉਹਦੇ ਵਿੱਚ ਆਪਣੇ ਮੁੱਖ ਵਿਸ਼ੇ ਨੂੰ ਛੱਡ ਕੇ ਬੰਦੇ ਤੱਕ ਉਹਨੇ ਜਾਣ ਤੋਂ ਪਰਹੇਜ਼ ਕੀਤਾ ਹੋ। ਇਹ ਹੋ ਸਕਦਾ ਹੈ ਕਿ ਉਹਨੇ ਸਮਝਿਆ ਹੋਵੇ ਕਿ ਮੇਰਾ ਵਿਸ਼ਾ ਹੈ ਹੀ ਨਹੀਂ, ਤਾਂ ਉਹਨੇ ਇਸ ਬਾਰੇ ਨਾ ਲਿਖਿਆ ਹੋਵੇ। ਤੇ ਜਾਂ ਫਿਰ ਇਹ ਹੋ ਸਕਦਾ ਹੈ ਕਿ ਉਹਨੂੰ ਇਹਦੇ ਬਾਰੇ ਕੋਈ ਬਹੁਤ ਸਿੱਕੇਬੰਦ ਚੀਜ਼ਾਂ ਜਿਹੜੀਆਂ ਪਹਿਲਾਂ ਨਾ ਪਤਾ ਲੱਗੀਆਂ ਹੋਣ, ਉਹਨੇ ਅੱਖੀ ਨਾ ਦੇਖੀਆਂ ਹੋਣ, ਇਸ ਕਰਕੇ ਉਹਨੇ ਇਸ ਕਿਤਾਬ ਵਿੱਚ ਉਹਨਾਂ ਦਾ ਜ਼ਿਕਰ ਨਾ ਕੀਤਾ ਹੋ। ਤੋ ਇਸੇ ਤਰ੍ਹਾਂ ਹੀ ਹੋਰ ਵੀ ਅਨੇਕਾਂ ਘਟਨਾਵਾਂ ਹਨ ਸਤਿਗੁਰੂ ਜੀ ਦੇ ਜੀਵਨ ਦੀਆਂ, ਜਿਨ੍ਹਾਂ ਦਾ ਜ਼ਿਕਰ ਉਹਨੇ ਨਹੀਂ ਕੀਤਾ। ਉਹਦੇ ਕਾਰਨ ਕੁਝ ਵੀ ਹੋਣ, ਪਰ ਜਿਨ੍ਹਾਂ ਘਟਨਾਵਾਂ ਦਾ ਉਹਨੇ ਜ਼ਿਕਰ ਕੀਤਾ ਹੈ, ਉਹ ਜਿਹੜਾ ਜ਼ਿਕਰ ਕੀਤਾ ਉਹਦੇ ਇੱਕ ਬੜਾ ਗੁਣ ਹੈ। ਮੈਂ ਨਹੀਂ ਇਹਦੇ ਬਾਰੇ ਸ਼ੋਭਾ ਕਰ ਰਿਹਾ, ਡਾਕਟਰ ਗੰਡਾ ਸਿੰਘ ਇਹਦੇ ਬਾਰੇ ਬੜਾ ਪ੍ਰੇਮ ਨਾਲ ਲਿਖਦੇ ਨੇ ਕਿ ਉਹਦੀ ਜਿਹੜੀ ਲੇਖਣੀ ਹੈ, ਉਹਦੇ 'ਚ ਕੋਈ ਵਧਾ ਚੜਾ ਨਹੀਂ ਹੈ, ਅਤ ਕਥਨੀ ਨਹੀਂ ਹੈ। ਕੋਈ ਕਿਸੇ ਚੀਜ਼ ਨੂੰ ਬਹੁਤ ਵੱਡਾ ਕਰਕੇ ਨਹੀਂ ਦਿਖਾਇਆ ਗਿਆ, ਕਿਸੇ ਚੀਜ਼ ਨੂੰ ਬਹੁਤਾ ਛੋਟਾ ਕਰਕੇ ਨਹੀਂ ਦਿਖਾਇਆ ਗਿਆ, ਔਰ ਬੜੇ ਸੰਖੇਪ ਦੇ ਵਿੱਚ ਸੰਕੋਚ ਦੇ ਨਾਲ ਲਿਖਦਾ ਹੈ, ਵਾਧੂ ਕੁਝ ਨਹੀਂ ਲਿਖਦਾ। ਤੇ ਇਉਂ ਜਾਪਦਾ ਹੈ ਕਿ ਉਹਨੇ ਜੋ ਦੇਖਿਆ ਉਹੀ ਲਿਖਿਆ, ਜੋ ਸੁਣਿਆ ਉਸੇ ਬਾਰੇ ਹੀ ਲਿਖਿਆ, ਪਰ ਜੋ ਸੁਣਿਆ ਉਹਦੇ ਬਾਰੇ ਕਾਫੀ ਸੰਕੋਚ ਨਾਲ, ਤੇ ਲੱਗਦਾ ਹੈ ਕਿ ਉਹਨੇ ਪੁਣ ਛਾਣ ਕਰਕੇ ਲਿਖਿਆ। ਕਿਤੇ ਵੀ ਪੂਰੀ ਕਿਤਾਬ ਦੇ ਵਿੱਚ, ਜਿਵੇਂ ਅਸੀਂ ਪਹਿਲਾਂ ਦੀਆਂ ਪੁਸਤਕਾਂ ਦੇ ਵਿੱਚ ਦੇਖ ਆਏ, ਕਿਤੇ ਵੀ ਕਲਪਨਾ ਦੀ ਉਡਾਰੀ ਸਾਨੂੰ ਨਹੀਂ ਮਿਲਦੀ। ਹਾਂ, ਸ਼ਰਧਾ ਭਰੇ ਜਿਹੜੇ ਬਚਨ ਹਨ, ਉਹਨਾਂ ਨਾਲ ਜਿਹੜੀ ਪੂਰੀ ਪੁਸਤਕ ਭਰਪੂਰ ਹੈ। ਮਨ ਦੀਆਂ ਤਰੰਗਾਂ ਜਿਹੜੀਆਂ, ਉਹਦੀਆਂ ਮਨ ਦੇ ਭਾਵਨਾ ਜਿਹੜੀ ਗੁਰੂ ਸਾਹਿਬ ਦੇ ਬਾਰੇ ਹੈ, ਉਹ ਐਕਸਪ੍ਰੈਸ ਕਰਨ ਲੱਗਿਆ ਇਹ ਕੋਈ ਕੰਜੂਸੀ ਨਹੀਂ ਕਰਦਾ, ਪਰ ਮਨੋਕਲਪਤ ਕੁਝ ਨਹੀਂ ਲਿਖਦਾ। ਇੱਥੋਂ ਤੱਕ ਕਿ ਗੁਰੂ ਸਾਹਿਬ ਦੇ ਉੱਤੇ ਹਮਲਾ ਕਰਨ ਬਾਰੇ, ਵੈਰੀਆਂ ਬਾਰੇ ਵੀ ਜਦੋਂ ਲਿਖਦਾ ਹੈ ਨਾ, ਤੇ ਉਦੋਂ ਵੀ ਬੜੇ ਸੰਕੋਚ ਨਾਲ ਔਰ ਕੋਈ ਬੜੀ ਸਭ्य ਭਾਸ਼ਾ ਦੇ ਵਿੱਚ ਲਿਖਦਾ ਹੈ। ਕਿਸੇ ਨੂੰ ਕੋਈ ਨੀਵਾਂ ਦਿਖਾਉਣ ਵਾਲੀ ਜਾਂ ਗਾਲੀ ਗਲੋਚ ਵਾਲੀ ਜਾਂ ਬੁਰਾ ਭਲਾ ਕਹਿਣ ਵਾਲੀ ਭਾਸ਼ਾ ਕਿਤੇ ਵੀ ਉਹ ਜਿਹੜੀਆਂ ਨੇ ਉਹ ਨਹੀਂ ਵਰਤਦਾ। ਔਰ ਉਹਦੀ ਇਤਿਹਾਸਕ ਸੂਝ-ਬੂਝ ਦੇ ਬਾਰੇ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਕਈ ਐਸੀਆਂ ਚੀਜ਼ਾਂ ਜਿਹੜੀਆਂ ਇਹਨੇ ਲਿਖੀਆਂ, ਉਹ ਉਦੋਂ ਤਾਂ ਪਤਾ ਨਹੀਂ ਕਿਸੇ ਨੂੰ ਇਹਦੀ ਕਦਰ ਪਤਾ ਲੱਗੀ ਹੋਵੇ ਜਾਂ ਨਾ ਪਤਾ ਲੱਗੀ ਹੋਵੇ, ਪਰ ਜਦੋਂ ਮੌਜੂਦਾ ਸਮੇਂ ਦੇ ਵਿੱਚ ਹੋਰ ਸਮਕਾਲੀ ਸਰਕਾਰੀ ਸਰੋਤਾਂ ਤੋਂ ਉਹਨਾਂ ਦੀ ਜਿਹੜੀ ਡਿਟੇਲ ਲੱਭੀ ਗਈ, ਤਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ
ਇਤਿਹਾਸ ਦੀ ਕਸਵੱਟੀ ਤੇ ਬਿਲਕੁਲ ਇਹਦੀਆਂ ਦਿੱਤੀਆਂ ਕਈ ਮਿਤੀਆਂ ਜਾਂ ਡਿਊਰੇਸ਼ਨਸ ਜਾਂ ਥਾਵਾਂ ਉਹ ਬਿਲਕੁਲ ਪੂਰੀਆਂ ਨਾਲ ਮੇਲ ਖਾਂਦੀਆਂ ਹਨ। ਤੋ ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਜਿਹੜਾ ਹੈ ਇਹ ਲਿਖਣ ਲੱਗਿਆ, ਇਹਦੀ ਇਤਿਹਾਸਕ ਸੂਝ-ਬੂਝ ਦੇ ਬਾਰੇ, ਜਿਵੇਂ ਮੈਂ ਪਹਿਲਾਂ ਕਿਹਾ ਕਿ ਸੰਖੇਪ ਲਿਖਦਾ ਹੈ, ਜੋ ਦੇਖਿਆ ਉਹੀ ਲਿਖਦਾ ਹੈ। ਔਰ ਇਹ ਪੱਕੀ ਗੱਲ ਹੈ ਕਿ ਉਹਨੇ ਕਾਫੀ ਪੁਣ-ਛਾਣ ਕਰਕੇ, ਛਾਣਬੀਨ ਕਰਕੇ ਘਟਨਾਵਾਂ ਲਿਖੀਆਂ ਹਨ। ਤੋ ਹਾਲਾਂਕਿ ਜਿਹੜੇ ਉਹਨੇ ਮੁਗਾਲਤੇ ਖਾਦੇ ਹਨ, ਉਹਦੇ 'ਚ ਗਲਤੀਆਂ ਕੀਤੀਆਂ ਹਨ, ਉਹਨਾਂ ਦੀ ਵੀ ਗੱਲ ਅਸੀਂ ਅੱਗੇ ਜਾ ਕੇ ਕਰਾਂਗੇ, ਕਿਉਂਕਿ ਉਹਨੇ ਪੁੱਛ-ਪੁੱਛ ਕੇ ਪਤਾ ਕਾਫੀ ਸਾਰੀਆਂ ਘਟਨਾਵਾਂ ਲਿਖੀਆਂ, ਉਹਨਾਂ ਵਿੱਚ ਕਾਫੀ ਗਲਤੀਆਂ ਵੀ ਆ ਗਈਆਂ ਹਨ। ਪਰ ਉਹਦੀ ਇਤਿਹਾਸਕ ਸੂਝ-ਬੂਝ ਦਾ ਸਾਨੂੰ ਅੰਦਾਜ਼ਾ ਲੱਗ ਜਾਂਦਾ ਹੈ ਕਿ ਉਹ ਭਾਵੇਂ ਇੱਕ ਕਵੀ ਸੀ, ਪਰ ਉਹਦੀ ਇਤਿਹਾਸਕ ਸੂਝ-ਬੂਝ ਚੰਗੀ ਸੀ। ਤੇ ਜਦੋਂ ਅਸੀਂ ਇਹਦੇ ਲਿਖੀਆਂ ਚੀਜ਼ਾਂ ਨੂੰ ਇਤਿਹਾਸਕਾਰ ਪੜ੍ਹਦੇ ਹਨ ਤੇ ਉਹ ਇਹ ਕਹਿੰਦੇ ਹਨ ਕਿ ਇਹਨਾਂ ਤੋਂ ਅੰਦਾਜ਼ਾ ਲੱਗਦਾ ਹੈ ਕਿ ਉਹ ਆਨੰਦਪੁਰ ਤੇ ਜਿਹੜਾ ਦੂਜਾ ਯੁੱਧ ਹੈ, ਜਿਹੜਾ ਆਖਰੀ ਆਨੰਦਪੁਰ ਦਾ ਯੁੱਧ ਹੋਇਆ, ਉਸ ਤੋਂ ਪਹਿਲਾਂ ਉਹ ਆਨੰਦਪੁਰ ਤੋਂ ਪੱਕੇ ਤੌਰ ਤੇ ਆ ਗਿਆ ਲੱਗਦਾ ਹੈ। ਬਾਕੀ ਜਿਹੜੀ ਕਥਾ ਉਸ ਤੋਂ ਬਾਅਦ ਤੋਂ ਲੈ ਕੇ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਨ ਤੱਕ ਉਹਨੇ ਆਪਣੇ ਸਰੋਤਾਂ ਤੋਂ ਪਤਾ ਕਰ ਕਰਕੇ, ਛਾਣਬੀਨ ਕਰ ਕਰਕੇ ਲਿਖੀ ਹੈ। ਕਈ ਥਾਂ ਤੇ ਜਿਵੇਂ ਮੈਂ ਕਿਹਾ ਵਾਕਿਆ ਥੋੜੇ ਜਿਹੇ ਉਹਨਾਂ 'ਚ ਪ੍ਰੋਬਲਮ ਵੀ ਲੱਗਦੀ ਹੈ, ਬੜੇ ਸਾਰੇ ਗੈਪਸ ਵੀ ਹਨ। ਇੱਕ ਉਦਾਹਰਨ ਦੇ ਤੌਰ ਤੇ ਅਸੀਂ ਲੈ ਲਈਏ ਕਿ ਉਹ ਚਮਕੌਰ ਸਾਹਿਬ ਤੋਂ ਉਹ ਲਿਖਦਾ ਹੈ ਕਿ ਉਸ ਤੋਂ ਬਾਅਦ ਮਾਲਵੇ ਵਿੱਚ ਬਰਾੜਾ ਦੇ ਦੇਸ਼ ਦੇ ਵਿੱਚ ਸਤਿਗੁਰੂ ਜੀ ਪਹੁੰਚ ਗਏ। ਉਹਨੇ ਮਾਛੀਵਾੜੇ ਦੇ ਬਾਰੇ, ਗੁਰੂ ਜੀ ਦੇ ਉੱਚ ਦੇ ਪੀਰ ਬਣ ਕੇ ਨਿਕਲਣ ਬਾਰੇ ਜਾਂ ਇਹਨਾਂ ਚੀਜ਼ਾਂ ਦੇ ਬਾਰੇ ਉਹਨੇ ਕੁਝ ਨਹੀਂ ਲਿਖਿਆ, ਸਿੱਧਾ ਮਾਲਵੇ ਦਾ ਉਹਨੇ ਦੱਸਿਆ ਕਿ ਉੱਥੇ ਚਲੇ ਗਏ ਸਤਿਗੁਰੂ। ਹੁਣ ਇਹ ਗੱਲ ਬਿਲਕੁਲ ਅਸੀਂ ਸਮਝ ਸਕਦੇ ਹਾਂ ਕਿ ਜਿਹੜਾ ਵਿਅਕਤੀ ਉਹਨਾਂ ਦੇ ਉਸ ਵੇਲੇ ਮੌਜੂਦ ਨਹੀਂ ਸੀ ਕੋਲ, ਉਹਦੇ ਵਾਸਤੇ ਲਿਖਣਾ ਬਿਲਕੁਲ ਸੁਭਾਵਿਕ ਜਿਹੀ ਗੱਲ ਹੈ, ਕਿਉਂਕਿ ਗੁਰੂ ਸਾਹਿਬ ਉੱਚ ਦੇ ਪੀਰ ਬਣ ਕੇ ਨਿਕਲੇ ਤਾਂ ਇਹ ਇੱਕ ਸਾਰਾ ਗੁਪਤੋ ਗੁਪਤੀ ਵਰਤਾਰਾ ਸੀ, ਜਿਹਦੇ ਬਾਰੇ 1711 ਤੱਕ ਤੇ ਸ਼ਾਇਦ ਆਮ ਲੋਕਾਂ ਨੂੰ ਪਤਾ ਵੀ ਨਾ ਹੋਵੇ ਕਿ ਨਬੀ ਖਾਨ ਗਨੀ ਖਾਨ ਨੇ ਕੀ ਕੀਤਾ ਤੇ ਅੱਗੋਂ ਉਹ ਕਿਸ ਤਰ੍ਹਾਂ ਗਏ, ਕੌਣ ਸਨ, ਕਿੱਥੋਂ ਨਿਕਲ ਕੇ ਗਏ। ਇਹਨਾਂ ਚੀਜ਼ਾਂ ਦੇ ਬਾਰੇ ਜਿਹੜਾ ਹੈ ਆਮ ਪਬਲਿਕ ਦੇ ਵਿੱਚ ਇਹਦੀ ਜਾਣਕਾਰੀ ਨਾ ਹੋਣੀ ਬਿਲਕੁਲ ਸੁਭਾਵਿਕ ਜਿਹੀ ਗੱਲ ਲਿਖਦੀ ਹੈ, ਤੇ ਇਹਨੇ ਵੀ ਨਹੀਂ ਲਿਖਿਆ ਕਿਉਂਕਿ ਮੌਜੂਦ ਨਹੀਂ ਸੀ। ਤੋ ਇਹਨੂੰ ਜਿੰਨੀ ਇਨਫੋਰਮੇਸ਼ਨ ਮਿਲੀ ਉਹ ਉਸ ਤੋਂ ਬਾਅਦ ਦੀ ਇਹਦੇ ਕੋਲ ਇਨਫੋਰਮੇਸ਼ਨ ਜਿਹੜੀ ਪਹੁੰਚੀ ਹੋਵੇਗੀ ਉਹ ਮਾਲਵੇ ਦੀ ਪਹੁੰਚੀ ਹੋਵੇਗੀ। ਫਿਰ ਹੋਰ ਜਿਹੜਾ ਇਹਨੇ ਥੋੜਾ ਜਿਹਾ ਬਾਕੀਆਂ ਨਾਲੋਂ ਫਰਕ ਲਿਖਿਆ ਉਹ ਇਹ ਹੈ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਚਮਕੌਰ ਦੀ ਗੜੀ ਦੇ ਵਿੱਚੋਂ ਪਕੜਿਆ ਗਿਆ। ਇਹ ਕੁਝ ਹੋਰ ਵੀ ਇਤਿਹਾਸਕਾਰਾਂ ਨੇ ਲਿਖਿਆ, ਸ਼ਾਇਦ ਉਹਨਾਂ ਨੇ ਇਸੇ ਦੇ ਆਧਾਰ ਤੇ ਲਿਖਿਆ ਹੋਵੇਗਾ ਕਿਉਂਕਿ ਇਹ ਸਭ ਤੋਂ ਪਹਿਲਾ ਇਤਿਹਾਸਕ ਸਰੋਤ ਸੀ ਜਿਹਦੇ ਵਿੱਚ ਮੈਂਸ਼ਨ ਕੀਤਾ ਗਿਆ। ਤੋ ਇਹ ਗੱਲਾਂ ਸਮਝ ਵਿੱਚ ਆਉਂਦੀਆਂ ਨੇ ਕਿਉਂਕਿ ਜਿਸ ਹਾਲਾਤ ਦੇ ਵਿੱਚ ਸਾਰੇ ਵਰਤਾਰੇ ਵਾਪਰੇ ਹੋਣਗੇ, ਉਹਨਾਂ ਦੇ ਕਈ ਕਈ ਵਰਸ਼ਨਸ ਜਿਹੜੇ ਉਹ ਚੱਲਦੇ ਹੋਣਗੇ, ਤੇ ਇਹਨੂੰ ਜੋ ਲੌਜੀਕਲ ਲੱਗਿਆ ਇਹਨੇ ਉਹ ਲਿਖ ਦਿੱਤਾ। ਭਾਵੇਂ ਅੱਜ ਅਸੀਂ ਇਸ ਚੀਜ਼ ਨੂੰ ਨਹੀਂ ਮੰਨਦੇ, ਇਹਦੇ ਸਾਡੇ ਕੋਲ ਕਾਫੀ ਇਤਿਹਾਸਕ ਸਰੋਤ ਵੀ ਹਨ ਤੇ ਪ੍ਰੂਫ ਵੀ ਹਨ ਕਿ ਸਾਹਿਬਜ਼ਾਦਿਆਂ ਨੂੰ ਉਹ ਗੰਗੂ ਦੇ ਘਰੋਂ ਜਾਂ ਉਸ ਇਲਾਕੇ ਦੇ ਵਿੱਚੋਂ ਪਕੜ ਕੇ ਤੇ ਸਰਹੰਦ ਲਿਜਾਇਆ ਗਿਆ ਤੇ ਚਮਕੌਰ ਵਿੱਚੋਂ ਨਹੀਂ ਸੀ ਫੜਿਆ ਗਿਆ। ਹੋਰ ਵੀ ਜਿਹੜੀ ਅਸੀਂ ਗੱਲਾਂ ਦੇ ਵਿੱਚ ਇਹਦੇ ਚ ਆਉਂਦੀਆਂ ਨੇ ਉਹ ਅੰਡਰਸਟੈਂਡੇਬਲ ਨੇ, ਤੇ ਇਹਦੇ ਕਾਰਨ ਇਹੀ ਹੈ ਕਿ ਇਹ ਚੁੱਕੇ ਪੁੱਛ ਪੁਛਾ ਕੇ ਸੋਰਸਿਸ ਦੇ ਆਧਾਰ ਤੇ ਲਿਖਿਆ ਹੋਇਆ ਸੀ ਤੇ ਉਹਦੇ ਵਿੱਚ ਕੁਝ ਕਮੀਆਂ ਇਹਦੀਆਂ ਆ ਗਈਆਂ ਹੋਣਗੀਆਂ। ਬਾਕੀ ਉਹਨੇ ਇਹ ਕਈ ਕੁਝ ਜਿਹੜਾ ਅੱਜ ਦੀਆਂ ਖੋਜਾਂ ਨੇ ਗਲਤ ਪਾਇਆ ਇਹਦੇ ਵਿੱਚ ਜੋ ਇਹਦੇ ਲਿਖੀਆਂ ਗੱਲਾਂ, ਪਰ ਜਿਵੇਂ ਮੈਂ ਪਹਿਲਾਂ ਮੈਂਸ਼ਨ ਕੀਤਾ ਹੈ ਕਿ ਇਹਦੀਆਂ ਕਈ ਲਿਖੀਆਂ ਹੋਈਆਂ ਗੱਲਾਂ ਨੂੰ ਅੱਜ ਦੀ ਇਤਿਹਾਸਕ ਜਿਹੜੀ ਅਸੀਂ ਸਾਇੰਟੀਫਿਕ ਤੌਰ ਤੇ ਕੀਤੀ ਹੋਈ ਖੋਜ ਆ ਉਹਨੇ ਵੀ ਸਹੀ ਪਾਇਆ। ਤੋ ਇਸ ਤੋਂ ਉਹਦੀ ਸੂਝ-ਬੂਝ ਦਾ ਸਾਨੂੰ ਪਤਾ ਲੱਗ ਜਾਂਦਾ ਹੈ ਤੇ ਇਸੇ ਕਰਕੇ ਸ਼ਾਇਦ ਡਾਕਟਰ ਗੰਡਾ ਸਿੰਘ ਕਹਿੰਦੇ ਹਨ ਕਿ ਕਾਸ਼ ਇਹੋ ਜਿਹੀਆਂ ਲੇਖਣੀਆਂ ਸਾਨੂੰ ਹੋਰ ਮਿਲਦੀਆਂ, ਕਿਉਂਕਿ ਉਹ ਇੱਕ ਇਤਿਹਾਸ ਦੀ ਨਜ਼ਰ ਤੋਂ ਇਹਨੂੰ ਸਟੱਡੀ ਕਰ ਰਹੇ ਸਨ ਤੇ ਉਹਨਾਂ ਦੇ ਮਨ ਦੇ ਵਿੱਚ ਟੀਸ ਸੀ ਕਿ ਇੰਨਾ ਥੋੜਾ ਕਿਉਂ। ਤੋ ਜਿਹੜੀ ਸੀਤਲ ਜੀ ਨੇ ਗੱਲ ਲਿਖੀ ਹੈ ਕਿ ਇਹ ਲੇਖਕ ਕਿਤੇ ਵੀ ਸਿਧਾਂਤ ਤੋਂ ਇੱਧਰ ਉੱਧਰ ਨਹੀਂ ਹੁੰਦਾ, ਇਹ ਸਭ ਤੋਂ ਵੈਲਿਊਏਬਲ ਚੀਜ਼ ਜਿਹੜੀ ਹੈ ਉਹ ਸਾਨੂੰ ਸਮਝਣੀ ਚਾਹੀਦੀ ਹੈ ਕਿ ਇਹ ਸਿਧਾਂਤਕ ਤੌਰ ਤੇ ਪੱਕੀ ਗੱਲ ਹੈ ਕਿ ਆਪ ਵੀ ਇਹਦਾ ਜੀਵਨ ਪਰਪੱਕ ਹੋਵੇਗਾ ਜਾਂ ਜੀਨ ਵਿੱਚ ਅਗਰ ਕੁਝ ਕਮੀ ਵੀ ਹੋਵੇਗੀ, ਪਰ ਘੱਟੋ ਘੱਟ ਇੱਕ ਵਿਦਵਾਨ ਦੇ ਤੌਰ ਤੇ ਸਾਰੇ ਸਿਧਾਂਤਾਂ ਬਾਰੇ ਦੀ ਅੰਡਰਸਟੈਂਡਿੰਗ ਉਹ ਕੰਪਲੀਟ ਸੀ। ਤੋ ਕਿਤੇ ਵੀ ਉਹ ਸਿੱਖ ਸਿਧਾਂਤਾਂ ਤੋਂ ਪਰੇ ਨਹੀਂ ਗਿਆ ਜਿਵੇਂ ਸੀਤਲ ਜੀ ਨੇ ਲਿਖਿਆ, ਤੇ ਇਹ ਇੱਕ ਬੜੀ ਦੁਰਲੱਭ ਚੀਜ਼ ਹੈ। ਅਸੀਂ ਹੁਣ ਤੱਕ ਜਿੰਨੇ ਪੁਸਤਕਾਂ ਦਾ ਵਿਚਾਰ ਕਰ ਚੁੱਕੇ ਹਾਂ, ਉਸ ਤੋਂ ਬਾਅਦ ਸਾਡੇ ਮਨ ਵਿੱਚ ਵੀ ਇਹੀ ਗੱਲ ਆਉਂਦੀ ਹੈ
ਕਿ ਇਹ ਵਾਕਈ ਇੱਕ ਵੱਡੀ ਦੁਰਲੱਭ ਚੀਜ਼ ਹੈ, ਕਿਉਂਕਿ ਸਾਨੂੰ ਦੂਜੀਆਂ ਇਤਿਹਾਸਕ ਪੁਸਤਕਾਂ ਵਿੱਚ ਇਹੀ ਚੀਜ਼ ਤਾਂ ਲੱਭਦੀ ਨਹੀਂ। ਫਿਰ ਦੂਜੀ ਗੱਲ ਇਹ ਹੈ ਕਿ ਇਸ ਪੁਸਤਕ ਦਾ ਸਤਿਕਾਰ ਹਮੇਸ਼ਾ ਹੀ ਕਾਇਮ ਰਿਹਾ। ਇਹ ਨਹੀਂ ਕਿ ਵੀ ਜਿਨ੍ਹਾਂ ਨੇ ਇਹ ਮਿਲਾਵਟ ਵਾਲੀਆਂ ਕਿਤਾਬਾਂ ਲਿਖੀਆਂ ਨੇ ਉਹਨਾਂ ਨੂੰ ਇਸ ਪੁਸਤਕ ਦੇ ਬਾਰੇ ਪਤਾ ਨਹੀਂ ਸੀ ਜਾਂ ਇਹਦੀ ਕਦਰ ਨਹੀਂ ਸੀ। ਅਸੀਂ ਅੱਗੇ ਚੱਲ ਕੇ ਇਹਦੇ ਬਾਰੇ ਥੋੜੀ ਬਹੁਤ ਗੱਲ ਵੀ ਕਰਾਂਗੇ, ਤੇ ਕੁਝ ਗੱਲਬਾਤ ਅਸੀਂ ਪਹਿਲਾਂ ਵੀ ਕਰ ਚੁੱਕੇ ਹਾਂ ਕਿ ਜੇ ਖਾਸ ਕਰਕੇ ਗੁਰਬਿਲਾਸ ਪਾਤਸ਼ਾਹੀ 10ਵੀਂ ਜਿਹੜੇ ਲੇਖਕਾਂ ਨੇ ਲਿਖੀ ਆ ਉਹਨਾਂ ਦੇ ਕੋਲ ਕਿਹੜੀਆਂ ਆਧਾਰ ਪੁਸਤਕਾਂ ਮੌਜੂਦ ਸਨ। ਤੇ ਉਦੋਂ ਵੀ ਅਸੀਂ ਇਹ ਗੱਲ ਜਿਹੜੀ ਕਹੀ ਸੀ ਕਿ ਕੋਇਰ ਸਿੰਘ ਤੇ ਖਾਸ ਕਰਕੇ ਸੁੱਖਾ ਸਿੰਘ ਨੇ ਕਈ ਥਾਵਾਂ ਦੇ ਉੱਤੇ ਇਹਨਾਂ ਦੇ ਦਿੱਤੇ ਹੋਏ ਬਿਰਤਾਂਤ ਨੂੰ ਹੀ ਦੁਹਰਾਇਆ ਹੈ। ਇੱਥੋਂ ਤੱਕ ਕਿ ਉਹਨਾਂ ਨੇ ਸ਼ਬਦਾਵਲੀ ਵੀ ਇਹਨਾਂ ਵਾਲੀ ਵਰਤੀ ਹੈ, ਤੇ ਕਈ ਥਾਵਾਂ ਦੇ ਉੱਤੇ ਤਾਂ ਪੂਰੀ ਦੀ ਪੂਰੀ ਪੰਕਤੀ ਇੱਥੋਂ ਲੈ ਕੇ ਉਹਨਾਂ ਨੇ ਆਪਣੀ ਰਚਨਾ ਦੇ ਵਿੱਚ ਲਿਖ ਦਿੱਤੀ। ਤੋਂ ਇਸ ਤੋਂ ਇਹ ਗੱਲ ਬਿਲਕੁਲ ਪ੍ਰੂਵ ਹੋ ਜਾਂਦੀ ਹੈ ਕਿ ਜਿਹੜਾ ਇਤਿਹਾਸ ਇਹਨਾਂ ਤੋਂ ਬਾਅਦ ਲਿਖਿਆ ਗਿਆ ਉਹ ਸਾਰੇ ਲੇਖਕਾਂ ਨੇ ਇਸ ਪੁਸਤਕ ਦਾ ਸਹਾਰਾ ਲਿਆ, ਆਧਾਰ ਲਿਆ, ਇਹਦੇ ਆਧਾਰ ਉੱਤੇ ਕਾਫੀ ਕੁਝ ਲਿਖਿਆ। ਹਾਂ, ਇਹ ਠੀਕ ਹੈ ਕਿ ਉਹਨਾਂ ਦੀਆਂ ਜੋ ਦੂਜੀਆਂ ਟੈਂਡੈਂਸੀਜ਼ ਸਨ ਜਿਹੜੀਆਂ ਸਾਨੂੰ ਅਸੀਂ ਪਹਿਲਾਂ ਗੱਲ ਕਰ ਰਹੇ ਹਾਂ, ਉਹਨਾਂ ਟੈਂਡੈਂਸੀਜ਼ ਦੇ ਕਰਕੇ ਉਹਨਾਂ ਨੇ ਮਿਲਾਵਟ ਵੀ ਬਹੁਤ ਕੀਤੀ, ਪਰ ਇਸ ਕਿਤਾਬ ਦੀ ਉਹਨਾਂ ਨੇ ਕਾਫੀ ਮਦਦ ਲਈ, ਇਹਦਾ ਸਹਾਰਾ ਕਾਫੀ ਲਿਆ, ਇੱਥੋਂ ਤੱਕ ਕਿ ਇਹਦੇ ਵਰਡ ਟੂ ਵਰਡ ਵੀ ਉਹਨਾਂ ਨੇ ਕਈ ਥਾਵਾਂ ਦੇ ਉੱਤੇ ਲਿਖਿਆ। ਤੋਂ ਇਹ ਵੀ ਇਸ ਪੁਸਤਕ ਦੀ ਜਿਹੜੀ ਵਡਿਆਈ ਹੈ। ਤੋਂ ਜੇ ਅਸੀਂ ਇੱਕ ਸਮਰਾਈਜ਼ ਕਰਨਾ ਹੋਵੇ ਤਾਂ ਇਸ ਪੁਸਤਕ ਦੀ ਜਿਹੜੀ ਸਭ ਤੋਂ ਵੱਡੀ ਗੱਲ ਸਾਨੂੰ ਦਿਸਦੀ ਹੈ ਕਿ ਲੇਖਕ ਦੀ ਇਤਿਹਾਸਕ ਸੂਝ-ਬੂਝ ਕਾਫੀ ਚੰਗੀ ਹੈ, ਅੱਜ ਦੇ ਇਤਿਹਾਸਕਾਰ ਵੀ ਮੰਨਦੇ ਹਨ। ਦੂਜੀ ਜਿਹੜੀ ਗੱਲ ਹੈ ਕਿ ਅਤਕਥਨੀ ਸਾਨੂੰ ਕਿਤੇ ਨਹੀਂ ਮਿਲਦੀ, ਸੰਖੇਪ ਦੇ ਵਿੱਚ ਸਾਰੀ ਗੱਲ ਇਹਨੇ ਲਿਖੀ ਹੈ, ਔਰ ਸਿਧਾਂਤਕ ਤੌਰ ਦੇ ਉੱਤੇ ਇਹਨੇ ਕੋਈ ਵੀ ਉਕਾਈ ਨਹੀਂ ਇਹਦੇ ਵਿੱਚੋਂ ਸਾਨੂੰ ਮਿਲਦੀ। ਇਹ ਸਾਰੇ ਹੀ ਵਿਦਵਾਨ ਕਹਿੰਦੇ ਹਨ। ਬਾਕੀ ਜਦੋਂ ਅਸੀਂ ਅੱਗੇ ਹੋਰ ਵਿਚਾਰ ਕਰਾਂਗੇ ਤੇ ਇਸ ਚੀਜ਼ ਨੂੰ ਅਸੀਂ ਹੋਰ ਵੀ ਦੇਖਾਂਗੇ। ਤੋ ਇਹ ਇੱਕ ਪੁਸਤਕ ਹੈ ਜਿਹਦੀ ਹੁਣ ਅਸੀਂ ਅਗਲੇ ਹਫਤੇ ਕੁਝ ਹੋਰ ਵਿਸਥਾਰ ਦੇ ਵਿੱਚ ਜਾ ਕੇ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਉਕਾਈਆਂ ਹਨ, ਕਿਹੜੇ ਮੁਗਾਲਤੇ ਹਨ, ਤੇ ਕਿਹੜੀਆਂ-ਕਿਹੜੀਆਂ ਚੀਜ਼ਾਂ ਇਹਨੇ ਬਾਕੀਆਂ ਨਾਲੋਂ ਵੱਖਰੇ ਢੰਗ ਨਾਲ ਦਿੱਤੀਆਂ ਹਨ, ਉਹਨਾਂ ਦੇ ਬਾਰੇ ਵੀ ਅਸੀਂ ਥੋੜੀ ਜਿਹੀ ਵਿਚਾਰ ਕਰਾਂਗੇ। ਅੱਜ ਦੀ ਵਿਚਾਰ ਕਰਦਿਆਂ ਹੋਇਆਂ ਬੇਅੰਤ ਭੁੱਲਾਂ ਹੋ ਗਈਆਂ ਹਨ, ਆਪ ਕਿਰਪਾ ਕਰਕੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।